परम सत्कारयोग उपस्थित साध संगत जी, सब अपनी अपनी रसना ਨੂੰ ਪਵਿੱਤਰ ਕਰੀਏ। ਗੱਜ ਕੇ ਆਖੋ ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ। ਹਾਜ਼ਰਾ ਹਜ਼ੂਰ ਸਤਿਗੁਰੂ ਨੂੰ ਯਾਦ ਕਰੀਏ। ਸਭ ਗੱਜ ਕੇ ਆਖੋ ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਜੀ। ਸਾਧ ਸੰਗਤ ਜੀ, ਕੱਲ੍ਹ ਮੈਂ ਆਪ ਜੀ ਦੇ ਚਰਨਾਂ ਵਿੱਚ ਕੁਝ ਅਰਜ਼ ਬੇਨਤੀਆਂ ਕੀਤੀਆਂ ਸੀ। ਆਪਾਂ ਸਿੱਖੀ ਨੂੰ ਕਿਸ ਤਰ੍ਹਾਂ ਧਾਰਨ ਕਰਨਾ ਹੈ, ਮਰਜ਼ਾਦਾ ਬਾਰੇ ਕੁਝ ਅਰਜ਼ ਬੇਨਤੀ ਕੀਤੀ ਸੀ। ਕਿਸ ਤਰ੍ਹਾਂ ਸੱਚ ਪਾਤਸ਼ਾਹ ਜੀ ਦਾ ਹੁਕਮ ਹੈ ਕਿ ਅਸੀਂ ਮਰਜ਼ਾਦਾ ਵਿੱਚ ਕਿਸ ਤਰ੍ਹਾਂ ਰਹਿ ਸਕੀਏ। ਉਹਦੇ ਵਿੱਚ ਇੱਕ ਸਧਾਰਨ ਮਰਜ਼ਾਦਾ ਦੱਸੀ ਗਈ ਸੀ, ਜਿਹੜੇ ਵਿੱਚ ਹਰ ਸਿੱਖ ਜਿਹੜਾ ਸੀ ਉਹਦੇ ਵਾਸਤੇ ਕਿਸ ਤਰ੍ਹਾਂ ਹੁਕਮ ਜ਼ਰੂਰੀ ਹੈ ਕਿ ਉਹਨੇ ਮਰਜ਼ਾਦਾ ਨੂੰ ਧਾਰਨ ਕਰਨਾ ਹੈ। ਕੁਝ ਬੇਸਿਕ ਚੀਜ਼ਾਂ ਨੇ ਜਿਹੜੀਆਂ ਹਰ ਸਿੱਖ 'ਤੇ ਲਾਗੂ ਨੇ। ਉਸ ਤੋਂ ਬਾਅਦ ਇੱਕ ਸੱਚ ਪਾਤਸ਼ਾਹ ਜੀ ਸਤਿਗੁਰੂ ਰਾਮ ਸਿੰਘ ਜੀ ਇਹ ਮਰਜ਼ਾਦਾ ਕਾਇਮ ਕੀਤੀ ਸੀ ਸੋਧ ਰੱਖਣ ਦੀ। ਸੋਧ ਜਿਹੜੀ ਮਰਜ਼ਾਦਾ ਆ ਉਹਦੇ ਵਾਸਤੇ ਜਸ ਜੀਵਨ ਵਿੱਚ ਤਰਨ ਸਿੰਘ ਵਹਿਮੀ ਜੀ ਲਿਖਦੇ ਨੇ, ਉਦਮ ਇੱਕ ਹਮੇਸ਼, ਉਹ ਕਹਿੰਦੇ ਨੇ ਸੋਧ ਮਾਹੇ ਗੁਣਚਾਰ, ਉਦਮ ਇੱਕ ਹਮੇਸ਼, ਉਜਲ ਬਸਤਰ ਭੈ ਗੁਰੂ, ਲੱਗੇ ਨਾ ਕੋਈ ਲੇਸ। ਜਿਹੜੀ ਇਹ ਸੋਧ ਮਰਜ਼ਾਦਾ ਆ ਇਹਦੇ 4 ਗੁਣ ਨੇ। 4 ਗੁਣ ਨੇ ਇਹਦੇ ਵਿੱਚ। ਕਿਹੜੇ ਕਿਹੜੇ ਨੇ? ਸੋਧੀ ਸਿੱਖ ਵਿੱਚ ਸੋਧ ਜਿਹੜੀ ਰੱਖਣੀ ਹੈ, ਉਹ ਸਰੀਰ ਜਿਹੜਾ ਹੈ, ਜਿਹੜਾ ਮਨ ਕਰਕੇ ਬਹੁਤ ਉਦਮੀ ਹੋਏਗਾ, ਉਹ ਫੇਰ ਸੋਧ ਰੱਖ ਸਕਦਾ ਹੈ। ਹੁਣ ਇਸ਼ਨਾਨ ਅੰਮ੍ਰਿਤ ਵੇਲੇ ਕਰਨਾ ਹੈ, ਨਾਮ ਜਪਣਾ ਹੈ। ਇਸ਼ਨਾਨ ਦਿਨ 'ਚ 2 ਵਾਰੀ ਵੀ ਕਰਨਾ ਪੈ ਸਕਦਾ ਹੈ। ਜਦੋਂ ਤੁਸੀਂ ਕਈ ਵਾਰ ਦੁਪਹਿਰੇ ਬਰਾਜ ਜਾਂਦਾ ਬੰਦਾ, ਸੌਂ ਜਾਂਦਾ ਹੈ, ਉੱਠ ਕੇ ਫਿਰ ਇਸ਼ਨਾਨ ਕਰਕੇ ਪ੍ਰਸ਼ਾਦਾ ਛਕਣਾ ਪਏਗਾ ਸੋਧੀ ਨੂੰ। ਜਦੋਂ ਉਹ ਮੈਦਾਨ ਜਾਂਦਾ, ਭਾਵ ਲੈਟਰਿਨ ਜਾਂਦਾ ਹੈ, ਉਸ ਤੋਂ ਬਾਅਦ ਉਹਨੂੰ ਫਿਰ ਇਸ਼ਨਾਨ ਕਰਕੇ ਪ੍ਰਸ਼ਾਦਾ ਛਕਣਾ ਹੈ। ਕਈ ਸਰੀਰ ਚਾਹੇ ਉਹਨਾਂ ਨੇ ਸੋਧ ਰੱਖੀ ਹੈ ਜਾਂ ਨਹੀਂ ਰੱਖੀ, ਪਰ ਉਹ ਫਿਰ ਵੀ ਇਹ ਧਿਆਨ ਰੱਖਦੇ ਨੇ ਕਿ ਜਦੋਂ ਵੀ ਉਹ ਮੈਦਾਨ ਜਾਣਗੇ, ਲੈਟਰਿਨ ਜਾਣਗੇ, ਉਹ ਇਸ਼ਨਾਨ ਕਰਕੇ ਹੀ ਪ੍ਰਸ਼ਾਦਾ ਛਕਦੇ ਨੇ। ਕਈ ਸਰੀਰ ਜਿਹੜੇ ਨੇ ਉਹਨਾਂ ਨੇ ਰੂਟੀਨ ਹੀ ਇਸ ਤਰ੍ਹਾਂ ਦੀ ਬਣਾਈ ਹੈ ਕਿ ਜਿਸ ਤਰ੍ਹਾਂ ਹੁਕਮ ਹੈ ਸਤਿਗੁਰੂ ਰਾਮ ਸਿੰਘ ਜੀ ਦਾ, ਮੈਦਾਨ ਬਸਤਰ ਲਾਹ ਕੇ ਜਾਣਾ, ਕਿ ਜਦੋਂ ਵੀ ਤੁਸੀਂ ਮੈਦਾਨ ਜਾਣਾ ਆ ਬਸਤਰ ਲਾਹ ਕੇ ਜਾਣਾ ਆ। ਜਦੋਂ ਬਸਤਰ ਲਾਏ ਹੁੰਦੇ ਨੇ ਨਾਲ ਹੀ ਮੈਦਾਨ ਜਾ ਕੇ ਕਈ ਸੋਚਦੇ ਨੇ ਕਿ ਇਸ਼ਨਾਨ ਕਰਕੇ ਹੀ ਬਾਹਰ ਆਵਾਂਗੇ ਬਾਥਰੂਮ 'ਚੋਂ ਅਸੀਂ। ਹੁਣ ਜੇ ਅਸੀਂ ਮੈਦਾਨ ਜਾਣਾ, ਜਦੋਂ ਬਸਤਰ ਪਾ ਕੇ ਜਾਵਾਂਗੇ, ਉਹਦਾ ਵਿੱਚ ਕੀ ਕਾਰਨ ਹੈ ਕਿ ਜਿਹੜੇ ਬਸਤਰ ਪਾ ਕੇ ਤੁਸੀਂ ਮੈਦਾਨ ਚਲੇ ਗਏ, ਤੁਹਾਡੇ ਉਹ ਬਸਤਰ ਖੁੱਲ੍ਹੇ ਹੋ ਜਾਣਗੇ। ਤੁਹਾਨੂੰ ਉਹ ਬਸਤਰ ਜਿਹੜੇ ਨੇ ਇਸ਼ਨਾਨ ਕਰਕੇ ਦੁਬਾਰਾ ਨਹੀਂ ਪਾ ਸਕਦੇ। ਇਸ ਕਰਕੇ ਮੈਦਾਨ ਜਦੋਂ ਵੀ ਜਾਣਾ ਹੈ ਉਹ ਬਸਤਰ ਲਾ ਕੇ ਜਾਇਆ ਜਾਵੇ। ਜੇ ਬਸਤਰ ਲਾ ਕੇ ਨਹੀਂ ਜਾ ਸਕੇ, ਫਿਰ ਦੁਬਾਰਾ ਤੁਸੀਂ ਉਹ ਬਸਤਰ ਨਹੀਂ ਦੁਬਾਰਾ ਪਾ ਸਕਦੇ ਇਸ਼ਨਾਨ ਕਰਨ ਤੋਂ ਬਾਅਦ। ਇਹ ਇੱਕ ਬੇਸਿਕ ਸਟੈਪ ਨੇ ਜਿਹੜੇ ਹਰੇਕ ਸਿੱਖ ਵਾਸਤੇ ਲਾਗੂ ਹੁੰਦੇ ਨੇ। ਸੋਧੀ 'ਤੇ ਇਹ ਲਾਗੂ ਹੋਣੇ ਹੀ ਹੋਣੇ ਨੇ, ਪਰ ਜਿਹੜੇ ਅਸੀਂ ਸੋਧ ਜਿਨ੍ਹਾਂ ਨੇ ਨਹੀਂ ਰੱਖੀ, ਉਹਨਾਂ ਨੂੰ ਵੀ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਇਸ਼ਨਾਨ ਕਰਨਾ ਹੈ, ਇਸ਼ਨਾਨ ਸਣੇ ਕਿਸੀ ਕਰਨਾ ਹੈ। ਇੱਕ ਰੋਮ ਜਿਹੜਾ ਹੈ ਉਹ ਗਿੱਲਾ ਹੋਣਾ ਚਾਹੀਦਾ ਹੈ। ਉਹ ਰੋਮ ਜਿਹੜਾ ਤੁਹਾਡਾ ਉਹ ਸੁੱਕਾ ਨਾ ਰਹਿ ਜਾਵੇ। ਕਈ ਸਰੀਰ ਕੀ ਕਰਦੇ ਨੇ, ਉਹ ਸਿਰ 'ਚ ਪਾਣੀ ਨਹੀਂ ਪਾਉਂਦੇ, ਉਸ ਤਰ੍ਹਾਂ ਹੀ ਇਸ਼ਨਾਨ ਕਰਦੇ ਨੇ। ਉਹ ਕਹਿੰਦੇ ਜੀ ਮੈਂ ਨਹਾ ਲਿਆ, ਪਿੰਡਾਂ ਨਹਾ ਲਿਆ, ਪਰ ਉਹ ਸਾਧ ਸੰਗਤ ਜੀ ਸੱਚ ਪਾਤਸ਼ਾਹ ਜੀ ਦੇ ਉਪਦੇਸ਼ ਵਿੱਚ ਆਉਂਦਾ ਹੈ ਕਿ ਜਿਹੜਾ ਸਿੱਖ ਸਿਰ 'ਚ ਪਾਣੀ ਪਾ ਕੇ ਇਸ਼ਨਾਨ ਨਹੀਂ ਕਰਦਾ, ਭਾਵ ਉਹਨੇ ਕੁੱਤਾ ਇਸ਼ਨਾਨ ਕੀਤਾ। ਇਹ ਸ਼ਬਦ ਵੀ ਸੁਣਨ ਨੂੰ ਸਖਤ ਵੀ ਲੱਗੇਗਾ, ਬੁਰਾ ਵੀ ਲੱਗੇਗਾ, ਪਰ ਹੈ ਸੱਚ ਆ। ਤੁਸੀਂ ਜਦੋਂ ਵੀ ਕਦੀ ਵੇਖ ਲਿਓ, ਇੱਕ ਕੁੱਤਾ ਹੀ ਉਹ ਐਸਾ ਜਾਨਵਰ ਆ ਕਿ ਜਦੋਂ ਉਹ ਪਾਣੀ ਵਿੱਚ ਨਹਾਏਗਾ, ਸਿਰ ਬਾਹਰ ਰੱਖ ਕੇ ਨਹਾਏਗਾ, ਉਹ ਸਿਰ ਨਹੀਂ ਡੋਬੇਗਾ ਪਾਣੀ ਵਿੱਚ। ਜਿਹੜਾ ਇੱਕ ਗੁਰਬਾਣੀ 'ਚ ਗੁਰੂ ਤੇਗ ਬਹਾਦਰ ਜੀ ਵੀ ਦੱਸਿਆ
ਕਿ ਹਾਥੀ ਦਾ ਇਸ਼ਨਾਨ ਨਹੀਂ ਕਰਨਾ। ਹਾਥੀ ਦਾ ਇਸ਼ਨਾਨ ਤੋਂ ਭਾਵ ਇਹ ਹੈ ਕਿ ਹਾਥੀ ਜਿਹੜਾ ਹੈ ਉਹ ਪਹਿਲਾਂ ਇਸ਼ਨਾਨ ਕਰਦਾ ਹੈ, ਆਪਣੇ 'ਤੇ ਪਾਣੀ ਪਾਉਂਦਾ ਹੈ, ਬਾਡੀ ਨੂੰ ਗਿੱਲਾ ਕਰ ਲੈਂਦਾ ਹੈ, ਉਸ ਤੋਂ ਬਾਅਦ ਫਿਰ ਆਪਣੇ 'ਤੇ ਮਿੱਟੀ ਪਾਉਂਦਾ ਹੈ। ਹਾਲਾਂਕਿ ਮਿੱਟੀ ਪਹਿਲਾਂ ਪਈ ਹੋਵੇਗੀ, ਪਾਣੀ ਨਾਲ ਨਹਾਵਾਂਗੇ ਤਾਂ ਲੱਥ ਜਾਏਗੀ, ਪਰ ਹਾਥੀ ਉਲਟ ਕੰਮ ਕਰਦਾ ਹੈ। ਜਿਹੜਾ ਇਸ ਤੋਂ ਭਾਵ ਇਹ ਸੀਗਾ ਕਿ ਜੇ ਅਸੀਂ ਕੋਈ ਦਾਨ ਪੁੰਨ ਕਰਦੇ ਹਾਂ, ਕੋਈ ਧਰਮ ਕਰਮ ਕਰਦੇ ਹਾਂ, ਜਦੋਂ ਸਾਡੇ ਮਨ ਦੇ ਵਿੱਚ ਹੰਕਾਰ ਆ ਜਾਂਦਾ ਹੈ ਕਿ ਮੈਂ ਆਹ ਕੰਮ ਕਰਦਾ ਹਾਂ। ਮੈਨੂੰ ਯਾਦ ਹੈ ਇੱਕ ਸਰੀਰ ਨਾਲ ਗੱਲ ਚੱਲ ਪਈ, ਥੋੜ੍ਹਾ ਜਿਹਾ ਉਹਦੇ ਨਾਲ ਸਿੱਖੀ ਮਰਜ਼ਾਦਾ 'ਤੇ ਗੱਲ ਚੱਲ ਪਈ। ਮੈਂ ਕਿਹਾ ਵੀ ਸੰਤ ਜੀ ਆ ਜਿਹੜਾ ਆਪਾਂ ਕੰਮ ਕਰਦੇ ਆ ਨਾ, ਇਹ ਆਪਣਾ ਠੀਕ ਨਹੀਂ ਹੈਗਾ, ਕਿਰਪਾ ਕਰਕੇ ਹੱਥ ਧੋ ਲਿਆ ਕਰੋ, ਜਾਂ ਇੱਕ ਗੱਲ ਆਖੀ ਉਹਨਾਂ ਨੂੰ। ਉਹਨਾਂ ਨੇ ਮੈਨੂੰ ਅੱਗੋਂ ਜਵਾਬ ਦਿੱਤਾ, ਕਹਿੰਦੇ ਮੈਨੂੰ 40 ਸਾਲ ਹੋ ਗਏ ਨੇ ਮੈਂ ਪਊਏ ਪਾ ਕੇ ਇਸ਼ਨਾਨ ਕਰਦਾ, ਅਤੇ ਤੂੰ ਕੌਣ ਹੁੰਦਾ ਮੈਨੂੰ ਸਮਝਾਉਣ ਵਾਲਾ। ਸਾਧ ਸੰਗਤ ਜੀ, ਉਹ ਕੀ ਫਾਇਦਾ ਹੋਇਆ 40 ਸਾਲ ਪਊਏ ਪਾ ਕੇ ਇਸ਼ਨਾਨ ਕਰਨਾ ਕਿ ਮੈਂ ਕਾਰਪੇਟ 'ਤੇ ਵੀ ਪੈਰ ਨਹੀਂ ਰੱਖਦਾ। ਪਊਏ ਪਾਏ ਹੁੰਦੇ ਨੇ, ਪੈਰ ਸੋਧਦੇ ਹੁੰਦੇ ਨੇ, ਸਿੱਧੀਆਂ ਸੋਧਦੀਆਂ ਜਰਾਬਾਂ ਪਾ ਲੈਣੀਆਂ, ਭਾਵ ਸਾਰਾ ਦਿਨ ਮੇਰੇ ਪੈਰ ਸੁੱਚੇ ਰਹਿਣ। ਉਹ ਬਹੁਤ ਵਧੀਆ ਮਰਜ਼ਾਦਾ ਹੈ, ਇਹ ਬਹੁਤ ਧਿਆਨ ਰੱਖਣ ਦੀ ਲੋੜ ਹੈ। ਪਰ ਉਸ ਤੋਂ ਬਾਅਦ 40 ਸਾਲਾਂ ਬਾਅਦ ਹੀ ਭਾਵੇਂ ਹੰਕਾਰ ਆ ਗਿਆ, ਉਹ ਕੀ ਫਾਇਦਾ ਹੋਇਆ? ਉਹ ਤਾਂ ਫਿਰ ਹਾਥੀ ਇਸ਼ਨਾਨ ਹੋ ਜਾਂਦਾ। ਸੱਚ ਪਾਤਸ਼ਾਹ ਜੀ ਕਿਰਪਾ ਕਰਨ, ਇਹ ਸੋਧ ਜਿਹੜੀ ਏ ਇਹ ਇਸ ਕਰਕੇ ਨਹੀਂ ਰੱਖਣੀ, ਇਹ ਮਰਜ਼ਾਦਾ ਇਸ ਕਰਕੇ ਨਹੀਂ ਧਾਰਨ ਕਰਨੀ ਅਸੀਂ ਕਿ ਅਸੀਂ ਬਾਅਦ ਵਿੱਚ ਲੋਕਾਂ ਨੂੰ ਜਾਂ ਕਿਸੇ ਨੂੰ ਇਹ ਗੱਲ ਦੇ ਉੱਤੇ ਸਮਝਾਇਆ ਜਾਵੇ, ਦੱਸਿਆ ਜਾਵੇ ਕਿ ਵੇਖਿਆ ਮੈਂ ਕਿੰਨੀ ਮਰਜ਼ਾਦਾ ਰੱਖਦਾ, ਮੈਂ ਸਵੇਰੇ ਉੱਠ ਕੇ ਇਸ਼ਨਾਨ ਕਰਦਾ। ਅਸੀਂ ਇਸ ਪਾਸੇ ਨੂੰ ਨਹੀਂ ਤੁਰਨਾ, ਅਸੀਂ ਮਨ ਨੂੰ ਹੋਰ ਨਿਰਮਾਣ ਕਰਕੇ ਸਤਿਗੁਰੂ ਵੱਲ ਨੂੰ ਚੱਲਣਾ। ਮੈਨੂੰ ਚੇਤਾ ਨਾ ਭੁੱਲ ਜਾਵੇ, ਹੁਣ ਇੱਕ ਬਚਨ ਸਾਹਮਣੇ ਆ ਗਿਆ ਜਰਾਬਾਂ ਦਾ। ਸਾਧ ਸੰਗਤ ਜੀ, ਅਸੀਂ ਜਦੋਂ ਸਵੇਰੇ ਇਸ਼ਨਾਨ ਕਰਦੇ ਹਾਂ, ਇਸ਼ਨਾਨ ਕਰਕੇ ਸੋਧਦੀਆਂ ਜਰਾਬਾਂ ਅਤੇ ਖੁੱਲ੍ਹੀਆਂ ਜਰਾਬਾਂ ਦਾ ਕੀ ਅੰਤਰ ਆ? ਜਿਸ ਵਿੱਚ ਕਾਟਨ ਹੈ ਉਹ ਜਰਾਬ ਜਿਹੜੀ ਹੈ ਉਹ ਖੁੱਲ੍ਹੀ ਹੈ, ਉਹ ਸੋਧ ਵਿੱਚ ਨਹੀਂ ਆਉਂਦੀ। ਭਾਵ ਤੁਸੀਂ ਜੇ ਕਾਟਨ ਦੀਆਂ ਜਰਾਬਾਂ ਪਾਈਆਂ ਨੇ, ਜਰਾਬਾਂ ਪਾ ਕੇ ਤੁਸੀਂ ਬੂਟ ਪਾ ਲਵੇ, ਅਤੇ ਬੂਟ ਪਾਉਣ ਤੋਂ ਬਾਅਦ ਤੁਹਾਡੇ ਪੈਰ ਖੁੱਲ੍ਹੇ ਹੋ ਗਏ, ਤੁਹਾਨੂੰ ਪੈਰ ਧੋਣੇ ਪੈਣਗੇ। ਇਸ ਕਰਕੇ ਜਦੋਂ ਜਰਾਬਾਂ ਨੇ ਜਿਹੜੀਆਂ ਉਹਨਾਂ ਦੇ ਵਿੱਚ ਕਾਟਨ ਨਾ ਹੋਵੇ, ਪੋਲਿਸਟਰ ਸਪੈਂਡਕਸ ਜਿਹੜਾ ਹੈ ਇਹ ਸਾਰਾ ਸੋਧ ਵਿੱਚ ਆਉਂਦਾ, ਇਹਨੂੰ ਪ੍ਰਵਾਨ ਆ। ਜਿਹੜੀ ਚੀਜ਼ ਸੱਚ ਪਾਤਸ਼ਾਹ ਜੀ ਵੱਲੋਂ ਪ੍ਰਵਾਨ ਆ ਕਿ ਇਹ ਸੋਧਦੀ ਹੈ, ਉਹ ਕਿਵੇਂ ਬਣਦੀ ਹੈ ਸਾਨੂੰ ਇਸ ਗੱਲ ਨਾਲ ਨਹੀਂ ਮਤਲਬ। ਮੈਂ ਇੰਨਾ ਨਹੀਂ ਸੋਚਦਾ, ਮੈਂ ਇਹੀ ਸੋਚਦਾ ਕਿ ਹੁਕਮ ਹੈ, ਸਤ ਬਚਨ ਹੈ। ਕਾਟਨ ਜਿਹੜੀ ਹੈ ਉਹ ਸੋਧ ਵਿੱਚ ਨਹੀਂ ਆਉਂਦੀ, ਉਹ ਨਹੀਂ ਪ੍ਰਵਾਨ, ਸਤ ਬਚਨ। ਇਸ ਕਰਕੇ ਜਦੋਂ ਵੀ ਜਰਾਬਾਂ ਤੁਸੀਂ ਖਰੀਦੋ, ਪੈਸੇ ਉਨੇ ਹੀ ਲੱਗਣੇ ਨੇ, ਸਿਰਫ ਉਹਦੇ ਨਾਲ ਇੰਨਾ ਹੀ ਧਿਆਨ ਰੱਖਣ ਦੀ ਲੋੜ ਹੈ ਕਿ ਉਹਦੇ ਵਿੱਚ ਕਾਟਨ ਨਾ ਹੋਵੇ। ਹੁਣ ਕਾਟਨ ਵਾਲੀਆਂ ਜਰਾਬਾਂ ਪਾ ਲਈਆਂ, ਅਸੀਂ ਸੋਚਦੇ ਹਾਂ ਕਿ ਮੈਂ ਤਾਂ ਜਰਾਬਾਂ ਪਾ ਕੇ ਬੂਟ ਪਾਏ ਸੀ, ਉਸ ਤੋਂ ਬਾਅਦ ਕੀ ਕਰਨਾ, ਮੈਂ ਪਾਠ ਕਰਨ ਲੱਗ ਪੈਣਾ, ਮੈਂ ਪ੍ਰਸ਼ਾਦਾ ਛਕ ਲੈਣਾ, ਉਵੇਂ ਹੀ ਆਣ ਕੇ ਪੈਰ ਧੋਤੇ ਹੀ ਨਹੀਂ। ਪੈਰ ਤਾਂ ਸਾਡੇ ਜੋੜੇ ਵਾਲੇ ਨੇ, ਇੱਧਰ ਧਿਆਨ ਦੇਣ ਦੀ ਲੋੜ ਹੈ। ਇਹ ਨਿੱਕੇ ਨਿੱਕੇ ਸਟੈਪ ਨੇ। ਜਰਾਬਾਂ ਤਾਂ ਅਸੀਂ ਲੈਣੀਆਂ ਹੀ ਨੇ, ਸੌਕਸ ਪਾਉਣੀਆਂ ਹੀ ਪਾਉਣੀਆਂ ਨੇ, ਪਰ ਜਦੋਂ ਪਾਉਣੀਆਂ ਨੇ ਉਦੋਂ ਉਹਦਾ ਸਿਰਫ ਚੈੱਕ ਕਰ ਲੈਣਾ ਵੀ ਇਹਦੇ ਵਿੱਚ ਕਾਟਨ ਤਾਂ ਨਹੀਂ ਹੈਗਾ, ਸਿਰਫ ਇੰਨੀ ਗੱਲ ਦੇਖ ਕੇ ਬਾਏ ਕਰਨਾ। ਅਤੇ ਜਦੋਂ ਸਵੇਰੇ ਇਸ਼ਨਾਨ ਕੀਤਾ, ਉਸ ਵੇਲੇ ਅਸੀਂ ਜਦੋਂ ਜਰਾਬਾਂ ਸੋਧਦੀਆਂ ਪਾ ਲਈਆਂ, ਉਸ ਤੋਂ ਬਾਅਦ ਸਾਡੇ ਪੈਰ ਸਾਰਾ ਦਿਨ ਸੁੱਚੇ ਰਹਿਣਗੇ। ਫਿਰ ਸਾਨੂੰ ਇਹ ਲੋੜ ਨਹੀਂ ਪਏਗੀ ਕਿ ਅਸੀਂ ਬੂਟ ਪਾਏ ਸੀ ਅਤੇ ਬੂਟਾਂ ਤੋਂ ਬਾਅਦ ਹੁਣ ਸਾਨੂੰ ਪੈਰ ਧੋਣੇ ਪੈਣਗੇ। ਅਸੀਂ ਪਾਠ ਵੀ ਕਰ ਸਕਦੇ ਹਾਂ, ਅਸੀਂ ਪ੍ਰਸ਼ਾਦਾ ਵੀ ਛਕ ਸਕਦੇ ਹਾਂ। ਨਹੀਂ ਤਾਂ ਸਾਨੂੰ ਹਰ ਵਾਰੀ ਪ੍ਰਸ਼ਾਦਾ ਛਕਣ ਲੱਗਿਆ ਵੀ ਸੋਧੀ ਵਾਸਤੇ ਅਤੇ ਪਾਠ ਕਰਨ ਲੱਗਿਆ ਅਤੇ ਦੋਵੇਂ ਸਰੀਰਾਂ ਵਾਸਤੇ ਆ, ਚਾਹੇ ਉਹਨੇ ਸੋਧ ਰੱਖੀ ਚਾਹੇ ਨਹੀਂ ਰੱਖੀ। ਪਾਠ ਜਦੋਂ ਵੀ ਕਰਨਾ ਹੈ ਉਹਨੂੰ ਫਿਰ ਪੈਰ ਧੋ ਕੇ ਫਿਰ ਪਾਠ ਕਰਨਾ, ਹੱਥ ਪੈਰ 'ਤੇ ਧੋ ਕੇ। ਅਸੀਂ ਜਿਹੜਾ ਇਹ ਆਖਿਆ ਨਾ, ਉਦਮੀ ਹੁੰਦਾ ਹੈ ਸਰੀਰ ਜਿਹੜਾ, ਉਹਦੇ ਅੰਦਰ ਇਹ ਗੱਲ ਪੈਦਾ ਹੁੰਦੀ ਹੈ ਕਿ ਮੈਂ ਆਪਣੇ ਆਪ ਨੂੰ ਹੋਰ ਕਠਿਨਾਈਆਂ ਕਹਿ ਸਕਦੇ ਹਾਂ, ਚਾਹੇ ਅਸੀਂ ਇਹਨੂੰ ਮਰਜ਼ਾਦਾ ਕਹਿ ਲਈਏ, ਪਰ ਇਹਦੇ ਵਿੱਚ ਮਨ ਜਦੋਂ ਸਾਡਾ ਉਦਮੀ ਹੋਏਗਾ ਫਿਰ ਅਸੀਂ ਸੋਧ ਸੌਖੀ ਰੱਖ ਸਕਦੇ ਹਾਂ। ਬੱਧੇ ਰੁੱਤੇ ਨਹੀਂ ਰੱਖਣੀ ਸੋਧ ਜਦੋਂ ਤੁਸੀਂ ਰੱਖਦੇ ਹੋ ਤੁਹਾਨੂੰ ਭੋਜਨ ਦੀ ਬੜੀ ਦਿੱਕਤ ਆਉਂਦੀ ਹੈ, ਪ੍ਰਸ਼ਾਦਾ ਛਕਣ ਦੀ। ਭਾਵ ਇਹ ਹੈ ਕਿ ਜਦੋਂ ਤੇ ਘਰੇ ਆ ਉਦੋਂ ਤੇ ਸੋਧ ਦਾ ਭੋਜਨ ਮਿਲ ਗਿਆ, ਘਰ ਵਿੱਚ ਬਣਿਆ ਮਿਲ ਗਿਆ, ਪਰ ਜਦੋਂ ਅਸੀਂ ਟਰੈਵਲ ਕਰਦਿਆਂ ਸੋਧੀ ਸਰੀਰ ਨੂੰ ਦਿੱਕਤਾਂ ਆਉਂਦੀਆਂ ਨੇ। ਉਹ ਦਿੱਕਤਾਂ ਦਾ ਸਾਹਮਣਾ ਕਰਦੇ ਹੋਏ ਵੀ ਜਿਹੜੇ ਸੋਧ ਰੱਖਦੇ ਨੇ, ਇਸ ਕਰਕੇ ਆਉਂਦੇ ਨੇ ਇਹਨਾਂ ਦਾ ਮਨ ਬੜਾ ਬਲਵਾਨ ਆ ਸੋਧੀ ਦੇਖਿਓ ਛੇਤੀ ਗਿਵ ਅਪ ਨਹੀਂ ਕਰਨਗੇ। ਕਿਉਂ ਨਹੀਂ ਕਰਦੇ? ਕਿਉਂਕਿ ਉਹ ਤਾਂ ਡੇਲੀ ਇਹਨਾਂ ਗੱਲਾਂ ਵਿੱਚੋਂ ਚੱਲਦੇ ਨੇ। ਪ੍ਰਸ਼ਾਦਾ ਨਹੀਂ ਮਿਲਿਆ ਕੋਈ ਗੱਲ ਨਹੀਂ, ਦੁੱਧ ਪੀ ਕੇ ਸੌਂ ਜਾਂਦੇ ਆ। ਸੋਧ ਦਾ ਪ੍ਰਸ਼ਾਦਾ ਨਹੀਂ ਬਣਿਆ ਜੀ, ਖੁੱਲਿਆਂ ਵਾਸਤੇ ਬੜੇ ਪਦਾਰਥ ਬਣਨਗੇ,
ਪਰ ਸੋਧੀਆਂ ਵਾਸਤੇ ਪਦਾਰਥ ਵੀ ਕਈ ਥਾਵਾਂ 'ਤੇ ਘੱਟ ਹੁੰਦੇ ਨੇ, ਕਈ ਵਾਰ ਹੁੰਦੇ ਹੀ ਨਹੀਂ, ਇੰਤਜ਼ਾਮ ਹੀ ਨਹੀਂ ਹੁੰਦਾ। ਕਈ ਵਾਰ ਸੱਚ ਪਾਤਸ਼ਾਹ ਦੇ ਨਾਲ ਜਾਈਏ ਤਾਂ ਸਾਰਾ ਇੰਤਜ਼ਾਮ ਹੁੰਦਾ, ਪਰ ਵੈਸੇ ਆਮ ਤੌਰ 'ਤੇ ਕਈ ਵਾਰ ਨਹੀਂ ਹੁੰਦਾ ਧਿਆਨ। ਇਸ ਕਰਕੇ ਉਹ ਸਰੀਰ ਕੀ ਕਰਦਾ, ਕਹਿੰਦਾ ਜੀ ਮੈਂ ਆਪਣੀ ਮਰਜ਼ਾਦਾ ਵਿੱਚ ਰਵਾਂਗਾ, ਮੈਂ ਦੁੱਧ ਪੀ ਕੇ ਗੁਜ਼ਾਰਾ ਕਰ ਲਵਾਂਗਾ, ਕੋਈ ਗੱਲ ਨਹੀਂ, ਢਿੱਡ ਹੀ ਭਰਨਾ, ਮੈਂ ਇਸ ਤਰ੍ਹਾਂ ਗੁਜ਼ਾਰਾ ਕਰ ਲਵਾਂਗਾ। ਬਚਨ, ਕਿਉਂਕਿ ਜਦੋਂ ਅਸੀਂ ਇੱਧਰ ਨੂੰ ਤੁਰਦੇ ਹਾਂ, ਕੁਝ ਪਰਸਨਲ ਐਕਸਪੀਰੀਅੰਸ ਵੀ ਧਿਆਨ 'ਚ ਸਾਹਮਣੇ ਆ ਜਾਂਦੇ ਨੇ। ਮੈਂ ਟਰੱਕ ਚਲਾਉਂਦਾ ਸੀ, ਕਿਉਂਕਿ ਜਿਹੜੇ ਅਕਸਰ ਨੂੰ ਮੈਂ ਟਰੱਕ ਚਲਾਉਂਦਾ ਸੀ, ਬਾਹਰ ਜਾਣਾ, ਪ੍ਰਸ਼ਾਦਾ ਘਰੋਂ 10 ਦਿਨਾਂ ਦਾ ਨਾਲ ਲੈ ਜਾਣਾ, ਫਰੀਜ਼ ਕਰਕੇ ਬਾਅਦ 'ਚ ਉਹਨੂੰ ਗਰਮ ਕਰ ਖਾਈ ਜਾਣਾ। ਇੱਕ ਦਿਨ ਮੇਰੀ ਫਰਿੱਜ ਖ਼ਰਾਬ ਹੋ ਗਈ, ਮੈਂ ਨਿਊਯਾਰਕ ਤੋਂ ਕੈਲੀਫੋਰਨੀਆ ਜਾਣਾ ਸੀ, ਕੈਲੀਫੋਰਨੀਆ ਤੋਂ ਵਾਪਸ ਆਉਣਾ ਸੀ, ਅਤੇ 10 ਦਿਨ ਲੱਗ ਜਾਂਦੇ ਸੀ। 10 ਦਿਨਾਂ ਦਾ ਮੈਂ ਪ੍ਰਸ਼ਾਦਾ ਆਪਣਾ ਸੋਧ ਦਾ ਨਾਲ ਲੈ ਕੇ ਜਾਂਦਾ ਸੀ। ਮੈਂ ਘਰੋਂ ਤੁਰਿਆ ਅਤੇ 4-5 ਘੰਟਿਆਂ ਬਾਅਦ ਦੇਖਿਆ ਮੇਰੀ ਫਰਿੱਜ ਖ਼ਰਾਬ ਹੋ ਗਈ, ਅਤੇ ਪ੍ਰਸ਼ਾਦੇ ਠੀਕ ਰਹਿ ਗਏ, ਸਬਜ਼ੀਆਂ ਤਾਜ਼ੀਆਂ ਸਨ, ਉਹ ਗਰਮੀਆਂ ਦੇ ਦਿਨ ਸਨ, ਉਹ ਖ਼ਰਾਬ ਹੋ ਗਈਆਂ। ਜਾਂ ਤਾਂ ਮੈਂ 4 ਘੰਟੇ ਵਾਪਸ ਡਰਾਈਵ ਕਰਕੇ ਘਰੇ ਜਾਂਦਾ, ਪ੍ਰਸ਼ਾਦਾ ਦੁਬਾਰਾ ਲੈ ਆਉਂਦਾ, ਅਤੇ ਜਾਂ ਮੈਨੂੰ ਅਗਲੇ 8 ਦਿਨ 9 ਦਿਨ ਜਿੰਨਾ ਵੀ ਟਾਈਮ ਮੇਰਾ ਲੱਗਣਾ ਸੀ, ਉਹ ਮੈਨੂੰ ਭੁੱਖੇ ਰਹਿਣਾ ਪੈਣਾ ਸੀ। ਮੈਂ ਕਿਹਾ ਵੀ ਕੋਈ ਗੱਲ ਨਹੀਂ, ਵੇਖੀ ਜਾਏਗੀ, ਦੁੱਧ ਦੱਧ ਪੀ ਕੇ ਗੁਜ਼ਾਰਾ ਕਰ ਲਵਾਂਗੇ, ਇਸ ਤਰ੍ਹਾਂ ਹੀ ਜਾਵਾਂਗੇ। ਮੈਂ ਸਾਧ ਸੰਗਤ ਜੀ ਨਿਊਯਾਰਕ ਤੋਂ ਚੱਲਿਆ, ਪ੍ਰਸ਼ਾਦਾ ਜਿਹੜੇ ਬਚੇ ਸਨ, ਥੋੜ੍ਹੀ ਜਿਹੀ ਸਬਜ਼ੀ ਇੱਕ ਦਿਨ ਠੀਕ ਰਹੀ, ਅਗਲੇ ਦਿਨ ਉਹ ਵੀ ਖ਼ਰਾਬ ਹੋ ਗਈ, ਇਕੱਲੇ ਪ੍ਰਸ਼ਾਦੇ ਰਹਿ ਗਏ ਮੇਰੇ ਕੋਲ। ਮੈਂ ਦੁੱਧ ਲਿਆ, ਰਸਤੇ 'ਚੋਂ ਟਰੱਕ ਸਟਾਪ ਤੋਂ ਦੁੱਧ ਮਿਲ ਗਿਆ, ਦੁੱਧ ਲੈ ਕੇ ਦੁੱਧ ਨਾਲ ਪ੍ਰਸ਼ਾਦਾ ਛਕ ਕੇ ਆਪਣਾ ਢਿੱਡ ਭਰਦਾ ਰਿਹਾ। ਥੋੜ੍ਹੇ ਚਿਰ ਬਾਅਦ ਜਿਹੜੇ ਸੀ ਉਹ ਪ੍ਰਸ਼ਾਦੇ ਉਹ ਵੀ ਖ਼ਰਾਬ ਹੋ ਗਏ। ਹੁਣ ਮੇਰੇ ਕੋਲ ਪ੍ਰਸ਼ਾਦੇ ਵੀ ਨਹੀਂ ਰਹਿ ਗਏ। ਫਿਰ ਮੈਂ ਕੀ ਕਰਨਾ, ਸਵੇਰੇ ਦੁੱਧ ਦੇ ਨਾਲ 2 ਕੇਲੇ ਛਕ ਲੈਣੇ, ਦੁੱਧ ਕੇਲਾ ਸਵੇਰੇ ਵੀ ਛਕ ਲਿਆ, ਸ਼ਾਮ ਨੂੰ ਵੀ ਛਕ ਲਿਆ। ਮੈਂ ਇੱਦਾਂ ਕਰਦਿਆਂ ਢਿੱਡ ਭਰ ਜਾਇਆ ਕਰਨਾ। ਮੈਂ ਸ਼ਾਮ 8-10 ਦਿਨਾਂ ਬਾਅਦ ਘਰੇ ਪਹੁੰਚ ਗਿਆ। ਜਿੱਦਣ ਮੈਂ ਘਰੇ ਪਹੁੰਚਿਆ, ਇਹ 'ਚੋਂ 2 ਚੀਜ਼ਾਂ ਪ੍ਰਾਪਤ ਹੋਈਆਂ। ਇੱਕ ਤਾਂ ਮੈਨੂੰ ਹੌਸਲਾ ਮਿਲਿਆ ਕਿ ਜੇ ਮੈਂ 8-10 ਦਿਨ ਮੇਰੇ ਕੋਲ ਪ੍ਰਸ਼ਾਦਾ ਨਹੀਂ ਹੈਗਾ, ਮੈਂ ਦੁੱਧ ਅਤੇ ਕੇਲਾ ਖਾ ਕੇ ਗੁਜ਼ਾਰਾ ਕਰ ਸਕਦਾ ਨਾ, ਅਤੇ ਜੇ ਮੈਨੂੰ ਦੁਬਾਰਾ ਕਦੀ ਇੱਦਾਂ ਦੀ ਮੁਸ਼ਕਿਲ ਆ ਵੀ ਜਾਵੇ ਤਾਂ ਮੈਨੂੰ ਪਰਵਾਹ ਨਹੀਂ ਕਦੀ ਕਿਸੇ ਗੱਲ ਦੀ। ਇੱਕ ਤਾਂ ਇਹ ਆ ਗਿਆ। ਇੱਕ ਇਹਦੇ ਵਿੱਚੋਂ ਹੰਕਾਰ ਆ ਗਿਆ ਕਿ ਵੇਖਿਆ ਮੈਂ ਇਹ ਕੰਮ ਕੀਤਾ, ਐਵੇਂ ਦਾ ਕਰਕੇ ਵਿਖਾਵੇ ਕੋਈ। ਪਰ ਸੱਚਪਾ ਕਿਰਪਾ ਕਰਨ, ਇਹਨਾਂ ਦੋਨਾਂ 'ਚੋਂ ਕਿਹੜੀ ਚੀਜ਼ ਪ੍ਰਾਪਤ ਕਰਨੀ ਹੈ, ਕਿਹੜੀ ਚੀਜ਼ ਆਪਣੇ ਮਨ 'ਤੇ ਤੁਸੀਂ ਅਸਰ ਕਰਦੇ ਹੋ, ਕਿਉਂਕਿ ਇਹ ਤਾਂ ਕੋਈ ਵੀ ਕਰ ਸਕਦਾ ਹੈ। ਅਕਸਰ ਨੂੰ ਸੱਚ ਪਾਤਸ਼ਾਹ ਜੀ ਸਤਿਗੁਰੂ ਜਗਜੀਤ ਸਿੰਘ ਜੀ ਹੁਕਮ ਕਰਦੇ ਨੇ, ਪ੍ਰਸ਼ਾਦਾ ਜਿਹੜਾ ਹੈ ਉਹ ਜਿਉਣ ਵਾਸਤੇ ਖਾਣਾ, ਨਾ ਕਿ ਪ੍ਰਸ਼ਾਦਾ ਖਾਣ ਵਾਸਤੇ ਜਿਉਣਾ। ਇਸ ਕਰਕੇ ਸਿੱਖੀ ਦਾ ਸਿਧਾਂਤ ਹੀ ਇਹ ਹੈ, ਅਲਪਹਾਰ ਸੁਲਭ ਸੀ ਨਿੰਦਰਾ, ਥੋੜ੍ਹਾ ਖਾਣਾ, ਥੋੜ੍ਹਾ ਸੌਣਾ ਅਤੇ ਭਜਨ ਬਾਣੀ ਜ਼ਿਆਦਾ ਕਰਨਾ। ਬਹੁਤੇ ਪਦਾਰਥਾਂ ਵਿੱਚ ਜਿਹੜਾ ਮਨ ਜਿਹੜਾ ਹੈ ਉਹਨੂੰ ਨਹੀਂ ਲਲਚਾਉਣਾ। ਇਹ ਸਾਧ ਸੰਗਤ ਜੀ ਮੇਰਾ ਪਰਸਨਲ ਐਕਸਪੀਰੀਅੰਸ ਸੀ। ਜਦੋਂ ਇਸ ਤਰ੍ਹਾਂ ਦਾ ਪਰਸਨਲ ਐਕਸਪੀਰੀਅੰਸ ਹੋਇਆ, ਮੇਰੇ ਮਾਮਾ ਜੀ ਦਾ ਲੜਕਾ ਬਲਦੇਵ ਸਿੰਘ, ਬਲਦੇਵ ਮਾਮਾ ਜੀ ਮੇਰੇ, ਉਹਨਾਂ ਦਾ ਲੜਕਾ ਬਲਵੰਤ ਸਿੰਘ, ਉਹ ਵੀ ਟਰੱਕ ਚਲਾਉਂਦਾ। ਉਹਦੇ ਮੈਨੂੰ ਇੱਕ ਦਿਨ ਫੋਨ ਆਇਆ, ਕਹਿੰਦਾ ਭਾਜੀ ਮੇਰੀ ਰੋਟੀ ਖ਼ਰਾਬ ਹੋ ਗਈ ਹੈ, ਟਰੱਕ ਮੇਰਾ ਖ਼ਰਾਬ ਹੋ ਗਿਆ, ਸਾਰਾ ਕੁਝ ਖ਼ਤਮ ਹੋ ਗਿਆ ਪ੍ਰਸ਼ਾਦਾ ਮੇਰਾ, ਅਤੇ ਮੈਂ 2 ਦਿਨ ਮੇਰੇ ਟਰੱਕ ਠੀਕ ਹੋਣ ਲੱਗਣਗੇ, ਫਿਰ ਮੈਂ ਘਰੇ ਜਾਵਾਂਗਾ, 3 ਤੋਂ 4 ਦਿਨਾਂ ਬਾਅਦ ਘਰੇ ਪਹੁੰਚਾਂਗਾ। ਅਤੇ ਭੁੱਖ ਬੜੀ ਲੱਗੀ ਸੀ, ਬਾਜ਼ਾਰ ਦਾ ਖਾਣਾ ਛੱਡਿਆ ਸੀ, ਪਰ ਅੱਜ ਮੈਂ ਪੀਜ਼ਾ ਮੰਗਾ ਕੇ ਖਾਧਾ ਅਤੇ ਮੇਰਾ ਨਾ ਬੋਲਿਆ ਨਹੀਂ ਸੀ ਜਾਂਦਾ। ਉਹਨੇ ਮੈਨੂੰ ਇਹ ਗੱਲ ਦੱਸੀ, ਫਿਰ ਮੈਂ ਉਹਨੂੰ ਇਹ ਗੱਲ ਦੱਸੀ, ਮੈਂ ਕਿਹਾ ਮੈਂ 8 ਦਿਨ ਐਵੇਂ ਰਿਹਾ, ਜ਼ਰੂਰੀ ਨਹੀਂ ਵੀ ਪੀਜ਼ਾ ਖਾਵਾਂਗੇ ਫਿਰ ਹੀ ਢਿੱਡ ਭਰੇਗਾ। ਜੇ ਢਿੱਡ ਹੀ ਭਰਨਾ ਸੀ, ਆਪਾਂ ਬੜਾ ਕੁਝ ਹੋ ਰਿਹਾ, ਫਰੂਟ ਆ, ਦੁੱਧ ਆ, ਇੱਕ ਵਾਰੀ ਗੁਜ਼ਾਰਾ ਹੋ ਜਾਂਦਾ, ਦਿਨ 'ਚ 3 ਵਾਰੀ ਕੀ 4 ਵਾਰੀ ਦੁੱਧ ਪੀ ਲਾਂਗੇ, ਇਹਦੇ ਬਾਅਦ ਕੀ ਹੋਏਗਾ। 2-3 ਦਿਨਾਂ ਬਾਅਦ ਤੇ ਘਰੇ ਜਾ ਕੇ ਪ੍ਰਸ਼ਾਦਾ ਮਿਲੇਗਾ ਹੀ। ਧੰਨ ਸਨ ਉਹ ਸਿੱਖ ਜਿਹੜੇ ਸਾਧੂ ਰਾਮ ਸਿੰਘ ਦਰਸ਼ਨ ਕਰਨ ਜਾਂਦੇ ਸਨ, ਜਿਨ੍ਹਾਂ ਨੂੰ ਖਾਣ ਨੂੰ ਪੀਣ ਨੂੰ ਰਸਤੇ 'ਚ ਕੌਣ ਸੀ ਬੈਠਾ ਉਹਨਾਂ ਵਾਸਤੇ ਦਾ ਸੋਧ ਦਾ ਲੰਗਰ ਤਿਆਰ ਕਰਦਾ ਸੀ। 6-6 ਦਿਨ ਲੱਗਦੇ ਸੀ। ਜਹਾਜ਼, ਸਮੁੰਦਰੀ ਜਹਾਜ਼ ਕਲਕੱਤੇ ਤੋਂ ਜਦੋਂ ਰੰਗੂਨ ਜਾਂਦਾ ਸੀ, ਉਹਨਾਂ ਕੋਲ ਤਾਂ ਪਾਣੀ ਗੜਵੇ 'ਚ ਕਿੰਨਾ ਕੁ ਚੁੱਕ ਸਕਦੇ ਹੋ ਤੁਸੀਂ, ਅਕਸਰ ਨੂੰ ਤਾਂ ਉਹ ਪਾਣੀ ਮੁੱਕੇਗਾ। ਸਿੱਖਾਂ ਨੂੰ ਐਸਾ ਚਾਅ ਸੀ, ਪਰ ਉਹ ਸਿੱਖੀ ਵਿੱਚ ਇੰਨੇ ਦ੍ਰਿੜ ਸਨ, ਉਹ ਰਸਤੇ ਵਿੱਚ ਉਹ ਨਹੀਂ ਸਨ ਕੁਝ ਖਾਂਦੇ। ਸੱਚ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ, ਵਾਪਸ ਆਏ, ਜਾਂਦਿਆਂ ਦੇ ਦਰਸ਼ਨਾਂ ਦੀ ਪਿਆਸ ਸੀ, ਮਨ 'ਚ ਇਹ ਸੀ ਵੀ ਅਸੀਂ ਪਹੁੰਚ ਜਾਈਏ ਸਤਿਗੁਰਾਂ ਕੋਲ। ਪਾਣੀ, ਭੁੱਖ, ਤ੍ਰੇਹ ਵੱਲ ਧਿਆਨ ਹੀ ਨਹੀਂ ਗਿਆ ਉਹਨਾਂ ਦਾ। ਜਦੋਂ ਵਾਪਸੀ 'ਤੇ ਆਏ, ਦਰਸ਼ਨਾਂ ਦੀ ਪਿਆਸ ਬੁੱਝ ਗਈ ਸੀ। ਹੁਣ ਜਦੋਂ ਦੂਸਰੀ ਪਿਆਸ ਲੱਗੀ ਅਤੇ ਗੜਵਾ ਸੁੱਟਿਆ ਸਮੁੰਦਰ ਵਿੱਚ, ਅਤੇ ਖਾਰਾ ਪਾਣੀ ਉਹ ਪੀਤਾ, ਪੀ ਕੇ ਉਲਟੀ ਆ ਗਈ, ਪਰ ਫਿਰ ਵੀ ਪਾਣੀ ਦੂਸਰਾ ਨਹੀਂ ਪੀਤਾ। ਉਹ ਇਸ ਤਰ੍ਹਾਂ ਦਾ ਜਿਹੜਾ ਮਨ ਸੀ ਉਹਨਾਂ ਦਾ, ਉਹ ਦ੍ਰਿੜ ਸੀ ਆਪਣੇ ਸਤਿਗੁਰੂ ਪ੍ਰਤੀ। ਅਤੇ ਜਦੋਂ ਮੈਂ ਇਹ ਗੱਲ ਉਹਨੂੰ ਦੱਸੀ, ਅਤੇ ਉਸ ਤੋਂ ਬਾਅਦ ਇੰਸੀਡੈਂਟ ਦੁਬਾਰਾ ਇਹ ਹੋ ਗਿਆ ਕਿ ਦੁਬਾਰਾ ਫਿਰ ਉਹ ਇੱਦਾਂ ਸਟਕ ਹੋ ਗਿਆ। ਫਿਰ ਉੱਧਰ ਮੈਨੂੰ ਫੋਨ ਆਇਆ ਦਾ, ਕਹਿੰਦਾ ਭਾਜੀ ਮੈਨੂੰ ਤੁਹਾਡੀ ਗੱਲ ਯਾਦ ਆ ਗਈ, ਮੈਂ ਕਿਹਾ ਵੀ ਅੱਜ ਬਾਜ਼ਾਰ ਦਾ ਨਹੀਂ ਖਾਣਾ,
ਭਾਜੀ ਵਾਲੀ ਉਹੀ ਗੱਲ ਯੂਜ਼ ਕਰਕੇ ਵੇਖੀਏ, ਦੁੱਧ ਕੇਲਾ ਲੈ ਕੇ ਪੀਏ। ਸੰਜੀ ਸਾਧ ਸੰਗਤ ਜੀ, ਮਤਲਬ ਇਹ ਗੱਲਾਂ ਇਹਦੇ ਵਿੱਚ ਇਹ ਨਹੀਂ ਗਾ ਕਿ ਮੈਂ ਬਹੁਤ ਤੀਰ ਮਾਰ ਲਿਆ, ਕੋਈ ਬਹੁਤ ਵੱਡਾ ਕੰਮ ਕਰ ਲਿਆ, ਨਹੀਂ। ਅਸੀਂ ਜਦੋਂ ਇਸ ਤਰ੍ਹਾਂ ਦੇ ਆਪਣੇ ਐਕਸਪੀਰੀਅੰਸ ਸ਼ੇਅਰ ਕਰਦੇ ਹਾਂ, ਸ਼ਾਇਦ ਕਿਸੇ ਦੇ ਮਨ ਵਿੱਚ ਇਹ ਗੱਲ ਆ ਜਾਵੇ ਕਿ ਵਾਕਈ ਠੀਕ ਹੈ ਕਿ ਆਪਾਂ ਇਸ ਤਰ੍ਹਾਂ ਵੀ ਜੀ ਸਕਦੇ ਹਾਂ। ਸੱਚ ਪਾਤਸ਼ਾਹ ਜੀ ਕਿਰਪਾ ਕਰਨ, ਇਹ ਕੋਈ ਵੱਡੀ ਗੱਲ ਨਹੀਂ ਗੀ। ਜਦੋਂ ਮਨ ਉੱਧਰ ਨੂੰ ਤੁਰ ਪਏ ਤੇ ਫਿਰ ਆਪਣੇ ਆਪ ਹੱਲ ਜਿਹੜੇ ਨੇ ਉਹ ਨਿਕਲਦੇ ਜਾਣਗੇ, ਆਪਣੇ ਆਪ ਸੱਚਪਾ ਕਿਰਪਾ ਕਰਨਗੇ। ਜਿਹੜਾ ਸੋਧ ਦਾ ਪ੍ਰਸ਼ਾਦਾ ਆ, ਉਹ ਜਦੋਂ ਤੁਸੀਂ ਛਕਣਾ ਆ ਪ੍ਰਸ਼ਾਦਾ ਛਕਣ ਵੇਲੇ ਹੱਥ ਤੇ ਤੁਸੀਂ ਧੋਣੇ ਹੀ ਧੋਣੇ ਨੇ, ਉਹ ਤੇ ਸਿਰ ਵਿੱਚ ਕੰਘਾ ਲੈ ਕੇ ਫਿਰ ਪ੍ਰਸ਼ਾਦਾ ਛਕਣਾ ਹੈ। ਵਾਲ ਜਿਹੜੇ ਨੇ, ਕੇਸ ਜਿਹੜੇ ਨੇ, ਉਹ ਖਿਲਰੇ ਨਹੀਂ ਹੋਣੇ ਚਾਹੀਦੇ, ਭਾਵ ਜੂੜਾ ਕਰਕੇ। ਇੱਧਰ ਮੈਂ ਸੱਚ ਪਾਤਸ਼ਾਹ ਜੀ ਕੋਲ ਬੈਠਾ, ਸਤਿਗੁਰੂ ਜਗਜੀਤ ਸਿੰਘ ਜੀ ਕੋਲ, ਜੈ ਸਿੰਘ ਜੀ ਆਏ ਕੋਲ ਬੈਠੇ, ਭਾਜੀ ਵੀ ਕੋਲ ਸਨ। ਜੈ ਸਿੰਘ ਜੀ ਇਸ਼ਨਾਨ ਕਰਕੇ ਆਏ ਸਨ। ਇਸ਼ਨਾਨ ਕਰਕੇ ਆਏ ਅਤੇ ਸੱਚ ਪਾਤਸ਼ਾਹ ਜੀ ਇਸ਼ਾਰਾ ਕੀਤਾ ਸੰਤ ਜਗਤਾਰ ਸਿੰਘ ਜੀ ਨੂੰ ਵੀ ਇਹਨੂੰ ਪੁੱਛ, ਕੰਘਾ ਹੈਗਾ ਸਿਰ ਵਿੱਚ? ਸੰਤਾਂ ਨੇ ਆਖਿਆ, ਉਹ ਕਹਿੰਦਾ ਜੀ ਕੰਘਾ ਹੈਗਾ ਮੇਰੇ ਕੋਲ। ਸੱਚ ਭਾਵ ਕੀਤਾ, ਕੇਸ ਵੀ ਬੰਨ੍ਹ, ਕੇਸ ਬੰਨ੍ਹ ਕੇ, ਜੂੜਾ ਕਰਕੇ, ਰੁਮਾਲੀ ਬੰਨ੍ਹ ਕੇ ਜਾਂ ਦਸਤਾਰ ਸਜਾ ਕੇ ਫਿਰ ਪ੍ਰਸ਼ਾਦਾ ਛਕਣਾ। ਕੇਸ ਚਾਹੇ ਉਹ ਸਿੰਘ ਹੈ, ਚਾਹੇ ਉਹ ਬੀਬੀ ਹੈ, ਉਹ ਕੇਸ ਖੁੱਲ੍ਹਿਆਂ ਦੇ ਨਾਲ ਪ੍ਰਸ਼ਾਦਾ ਨਹੀਂ ਛਕਣਾ। ਕਿਚਨ ਵਿੱਚ, ਭਾਵ ਰਸੋਈ ਵਿੱਚ ਜਦੋਂ ਵੀ ਜਾ ਕੇ ਕੰਮ ਕਰਨਾ, ਉਦੋਂ ਕੇਸ ਬੱਝੇ ਹੋਣ, ਦਸਤਾਰ ਜਾਂ ਸਿਰ 'ਤੇ ਚੁੰਨੀ ਹੋਵੇ। ਨੰਗੇ ਸਿਰ ਪ੍ਰਸ਼ਾਦਾ ਪਕਾਉਣਾ ਵੀ ਨਹੀਂ ਅਤੇ ਛਕਣਾ ਵੀ ਨਹੀਂ। ਜਦੋਂ ਅਸੀਂ ਪ੍ਰਸ਼ਾਦਾ ਛਕ ਲਿਆ, ਪ੍ਰਸ਼ਾਦਾ ਛਕ ਕੇ ਹੁਕਮ ਹੈ ਕਿ ਤੁਹਾਡੀ ਥਾਲੀ ਦੇ ਵਿੱਚ ਇੱਕ ਨਿੱਕਾ ਜਿਹਾ ਕਣਕਾ ਵੀ ਜਿਹੜਾ ਨਾ, ਉਹ ਅੰਨ ਦਾ ਉਹ ਬਚਣਾ ਨਹੀਂ ਚਾਹੀਦਾ, ਭਾਵ ਥਾਲੀ ਨੂੰ ਧੋ ਕੇ ਪੀਓ। ਪਹਿਲਾਂ ਸਾਫ਼ ਕਰੋ, ਸਾਫ਼ ਕਰਕੇ ਫਿਰ ਧੋ ਕੇ ਪੀਣੀ ਸੌਖੀ ਹੋ ਜਾਏਗੀ। ਜੇ ਸਾਧ ਸੰਗਤ ਜੀ, ਅੱਜ ਕੱਲ੍ਹ ਅਸੀਂ ਬੜੇ ਐਡਵਾਂਸ ਹੋ ਗਏ ਹਾਂ, ਆਪਣੇ ਆਪ ਨੂੰ ਬੜਾ ਅਸੀਂ ਸਮਝਦੇ ਹਾਂ ਕਿ ਜਿਹੜੀ ਟੈਕਨੋਲੋਜੀ ਇੰਨੀ ਆ ਗਈ ਹੈ ਕਿ ਅਸੀਂ ਵੇਸਟ ਨਹੀਂ ਕਰਨਾ ਕੁਝ, ਅਸੀਂ ਚੀਜ਼ ਦੀ ਵੈਲਿਊ ਸਮਝਦੇ ਹਾਂ, ਅਸੀਂ ਬਹੁਤ ਸਿਆਣੇ ਹੋ ਗਏ ਹਾਂ। ਪਰ ਅਸੀਂ ਕਾਹਦੀ ਵੈਲਿਊ ਸਮਝਦੇ ਹਾਂ? ਇੱਕ ਪ੍ਰਸ਼ਾਦਾ ਸਾਡੀ ਥਾਲੀ ਵਿੱਚ ਆਇਆ, ਕਦੀ ਉਹਦੇ ਪਿੱਛੇ ਕੈਲਕੂਲੇਸ਼ਨ ਲਾ ਕੇ ਵੇਖੋ ਕਿ ਉਹ ਪ੍ਰਸ਼ਾਦਾ ਸਾਡੀ ਥਾਲੀ 'ਚ ਪਹੁੰਚਣ ਲਈ ਕਿੰਨਾ ਟਾਈਮ ਲੱਗਿਆ। ਕਿਸੇ ਕਿਸਾਨ ਨੇ ਹਲ ਵਾਇਆ, ਚਾਹੇ ਉਹ ਜਿਵੇਂ ਵੀ ਖੇਤੀ ਕੀਤੀ, ਉਹਨੂੰ 6 ਮਹੀਨੇ ਲੱਗੇ ਫਸਲ ਨੂੰ ਤਿਆਰ ਕਰਦਿਆਂ। ਤਿਆਰ ਕਰਕੇ ਫਿਰ ਉਹ ਮੰਡੀ ਵਿੱਚ ਜਾ ਕੇ ਵੇਚੀ ਹੈ, ਫਿਰ ਗੋਦਾਮ ਵਿੱਚ ਗਈ, ਗੋਦਾਮ 'ਚੋਂ ਵੱਡੀ ਫੈਕਟਰੀ ਵਿੱਚ ਗਈ, ਉੱਥੇ ਪਾਊਡਰ ਬਣਿਆ, ਉਹਨੂੰ ਪੈਕ ਕੀਤਾ ਗਿਆ, ਪੈਕ ਕਰਕੇ ਫਿਰ ਦੁਕਾਨਾਂ 'ਤੇ ਆਈਆਂ, ਉੱਥੋਂ ਅਸੀਂ ਲੈ ਕੇ ਆਏ ਹਾਂ। ਇਹ ਸਾਰੇ ਪ੍ਰੋਸੈਸ ਨੂੰ 7-8 ਮਹੀਨਿਆਂ ਬਾਅਦ ਸਾਡੀ ਥਾਲੀ ਵਿੱਚ ਉਹ ਅੰਨ ਆਇਆ, ਅੰਨ ਨੂੰ ਘਰੇ ਪਕਾਇਆ ਗਿਆ, ਫਿਰ ਉਹ ਪ੍ਰਸ਼ਾਦਾ ਬਣ ਕੇ ਸਾਡੀ ਥਾਲੀ 'ਚ ਆਇਆ। ਪਰ ਜਦੋਂ ਅਸੀਂ ਉਹਨੂੰ ਸੁੱਟਣ ਲੱਗਿਆਂ, ਅਸੀਂ ਉਹਨੂੰ ਵੇਸਟ ਕਰਨ ਲੱਗਿਆਂ, ਅਸੀਂ 2 ਮਿੰਟ ਵੀ ਨਹੀਂ ਲਾਏ। ਜੇ ਅਸੀਂ ਦੁਨਿਆਵੀ ਗੱਲ ਵੀ ਕਰੀਏ ਤਾਂ ਅਸੀਂ ਕਾਹਦੇ ਸਿਆਣੇ ਆ ਕਿ ਜਿਸ ਚੀਜ਼ ਨੂੰ 8 ਮਹੀਨੇ ਲੱਗੇ ਬਣਨ ਨੂੰ ਸਾਡੀ ਥਾਲੀ 'ਚ ਆਈ, ਜਿਹਦੇ ਕਰਕੇ ਸਾਡਾ ਜੀਵਨ ਜਿਉਂਦੇ ਆ, ਜਿਹਦੇ ਕਰਕੇ ਸੱਚ ਪਾਤਸ਼ਾਹ ਜੀ ਐਵੇਂ ਨਹੀਂ ਸੀ ਹੁਕਮ ਕਰਦੇ ਕਿ ਜਦੋਂ ਵੀ ਅੰਨ ਦੇ ਦੇਵਤੇ ਆਉਣਾ, ਸਾਰੇ ਦੇਵਤੇ ਖੜ੍ਹੇ ਹੋ ਜਾਂਦੇ ਸਨ। ਸਾਰੇ ਦੇਵਤਿਆਂ ਨੇ ਇਸ ਗੱਲ ਦਾ ਇਤਰਾਜ਼ ਕੀਤਾ ਕਿ ਜਦੋਂ ਅੰਨ ਦਾ ਦੇਵਤਾ ਆਉਂਦਾ, ਮਹਾਰਾਜ ਉਦੋਂ ਤੁਸੀਂ ਖੜ੍ਹੇ ਹੋ ਜਾਂਦੇ ਹੋ, ਅਤੇ ਜਦੋਂ ਕੋਈ ਹੋਰ ਦੇਵਤਾ ਆਉਂਦਾ ਤੁਸੀਂ ਖੜ੍ਹੇ ਨਹੀਂ ਹੁੰਦੇ। ਸਤਿਗੁਰੂ ਪ੍ਰਤਾਪ ਸਿੰਘ ਦੇ ਉਪਦੇਸ਼ 'ਚ ਜ਼ਿਕਰ ਆਉਂਦਾ ਕਿ ਸੱਚ ਪਾਤਸ਼ਾਹ ਹੁਕਮ ਕੀਤਾ ਉਸ ਦੇਵਤੇ ਨੂੰ, ਕੋਈ ਗੱਲ ਨਹੀਂ ਤੂੰ ਥੋੜ੍ਹੇ ਦਿਨ ਨਾ ਆਈ। ਉਹ ਦੇਵਤਾ ਨਾ ਆਇਆ ਅਤੇ ਭੁੱਖੇ ਮਰਨ ਲੱਗੇ। ਹੁਣ ਉਹ ਦੇਵਤਾ ਨਹੀਂ ਆਇਆ ਅਤੇ ਭੁੱਖੇ ਮਰਨ ਲੱਗੇ, ਇਹਦਾ ਕੀ ਮਤਲਬ ਆ ਕਿ ਜਿਹੜੇ ਦੇਵਤੇ ਨੇ ਉਹ ਕੋਈ ਆਹਾਰ ਨਹੀਂ ਛਕਦੇ। ਉਹ ਜਦੋਂ ਕਿਸੇ ਅੰਨ ਦੇਵਤੇ ਨੂੰ ਦਰਸ਼ਨ ਕਰਦੇ ਸਨ, ਉਹਨੂੰ ਦਰਸ਼ਨ ਕਰਕੇ ਹੀ ਉਹਨਾਂ ਦੀ ਭੁੱਖ ਮਿਟ ਜਾਂਦੀ ਸੀ। ਜਦੋਂ ਕੋਈ ਦੇਵਤਾ ਆਉਂਦਾ ਸੀ ਰਾਗ ਵਾਲਾ, ਕੋਈ ਗੰਧਰਵ ਆਉਂਦਾ ਸੀ, ਉਹਨੂੰ ਦੇਖ ਕੇ ਹੀ, ਦਰਸ਼ਨ ਕਰਕੇ ਹੀ ਉਹਨਾਂ ਨੂੰ ਸੰਗੀਤ ਦਾ ਅਨੁਭਵ ਹੁੰਦਾ ਸੀ। ਜਦੋਂ ਕੋਈ ਜਲ ਦਾ ਦੇਵਤਾ ਆਉਂਦਾ ਸੀ, ਉਹ ਦਰਸ਼ਨ ਕਰਕੇ ਹੀ ਪਿਆਸ ਬੁੱਝ ਜਾਂਦੀ ਸੀ। ਇਸ ਕਰਕੇ ਉਹ ਦਰਸ਼ਨ ਕਰਕੇ ਹੀ ਉਹਦੇ ਤੇ ਸਾਰਿਆਂ ਦੀ ਭੁੱਖ ਮਿਟ ਜਾਂਦੀ ਸੀ। ਉਹ ਜਦੋਂ ਥੋੜ੍ਹੇ ਦਿਨ ਨਾ ਆਇਆ, ਉਹਦੇ ਦਰਸ਼ਨ ਨਾ ਹੋਏ ਅਤੇ ਭੁੱਖੇ ਮਰਨ ਲੱਗੇ। ਫਿਰ ਹੁਕਮ ਕੀਤਾ ਕਿ ਇਸ ਅੰਨ ਤੋਂ ਬਿਨਾਂ ਸਾਡਾ ਗੁਜ਼ਾਰਾ ਨਹੀਂ, ਇਸ ਕਰਕੇ ਅਸੀਂ ਇਹਦਾ ਅਦਬ ਕਰਦੇ ਹਾਂ। ਸਾਧ ਸੰਗਤ ਜੀ, ਇਹੀ ਜਿਹੜਾ ਇਹ ਅੰਨ ਹੈ, ਇਹ ਅਸੀਂ ਭੋਜਨ ਛਕਦੇ ਹਾਂ ਤਾਂ ਅਸੀਂ ਜਿਉਂਦੇ ਹਾਂ, ਤਾਂ ਅਸੀਂ ਕਾਰ ਵਿਹਾਰ ਕਰਦੇ ਹਾਂ। ਹੁਣ ਇੱਕ ਦਿਨ ਇੱਥੇ ਗੁਰਦੁਆਰੇ ਬੈਠੇ ਅਸੀਂ ਪ੍ਰਸ਼ਾਦਾ ਛਕ ਰਹੇ ਸਾਰੇ ਸੋਧੀ ਸਰੀਰ। ਹੋਇਆ ਕਿ ਇੱਕ ਕਿਸੇ ਤੋਂ ਬਾਈ ਮਿਸਟੇਕ ਗਲਤੀ ਨਾਲ ਸੋਧੀ ਦੀ ਥਾਲੀ ਨੂੰ ਹੱਥ ਲੱਗ ਗਿਆ, ਜਾਂ ਉਹ ਥਾਲੀ ਖੁੱਲ੍ਹੀ ਹੋ ਗਈ। ਹੁਣ ਥਾਲੀ ਖੁੱਲ੍ਹੀ ਹੋ ਗਈ ਅਤੇ ਸੋਧੀ ਸਰੀਰ ਨੇ ਆਖਿਆ ਜੀ ਮੈਂ ਹੁਣ ਇਹ ਪ੍ਰਸ਼ਾਦਾ ਨਹੀਂ ਛਕਣਾ, ਇਹ ਥਾਲੀ ਖੁੱਲ੍ਹੀ ਹੋ ਗਈ।
ਸਾਈਡ 'ਤੇ ਕਰ ਦਿੱਤੀ ਥਾਲੀ। ਉਹਨੇ ਕਿਹਾ ਜੀ ਮੇਰੇ ਲਈ ਨਵੀਂ ਥਾਲੀ ਲਿਆਓ, ਮੈਂ ਉਹ ਪ੍ਰਸ਼ਾਦਾ ਛਕਾਂਗਾ, ਹੁਣ ਆ ਨਹੀਂ ਛਕ ਸਕਦਾ। ਚਲੋ ਜੀ, ਜਿਹੜੀ ਤੇ ਖੁੱਲੀ ਹੋਈ ਸੀ ਥਾਲੀ, ਉਹਨੇ ਮੈਨੂੰ ਸਵਾਲ ਕੀਤਾ ਬਾਅਦ 'ਚ। ਉਹ ਕਹਿਣ ਲੱਗਾ ਸਰੀਰ ਵੀ ਇੱਕ ਪਾਸੇ ਤੇ ਹੁਕਮ ਹੈ ਝੂਠ ਨਹੀਂ ਛੱਡਣੀ, ਇੱਕ ਪਾਸੇ ਆ ਸੋਧੀ ਸਰੀਰ ਨੇ ਥਾਲੀ ਭਰੀ ਭਰਾਈ ਜੂਠੀ ਕਰ ਦਿੱਤੀ, ਵੱਖਰੀ ਰੱਖ ਦਿੱਤੀ। ਹੁਣ ਇਹਨੂੰ ਉਹਦੀ ਜੂਠੀ ਕਿਸੇ ਨੇ ਖਾਣੀ ਨਹੀਂ, ਇਹ ਤੁਹਾਨੂੰ ਸੁੱਟਣੀ ਪੈਣੀ ਹੈ। ਹੁਣ ਤੁਹਾਡਾ ਇਹ ਹੁਕਮ ਕਿੱਥੇ ਗਿਆ? ਬੜਾ ਵਧੀਆ ਕੁਐਸਚਨ ਆ। ਜਦੋਂ ਉਹਨਾਂ ਨੇ ਸਵਾਲ ਕੀਤਾ ਤੇ ਸਾਧ ਸੰਗਤ ਜੀ ਮੇਰੇ ਕੋਲ ਜਵਾਬ ਨਹੀਂ ਸੀ ਹੈਗਾ ਇਹਦਾ। ਕੁਦਰਤੀ ਦੂਸਰੀ ਲਾਈਨ 'ਤੇ ਮੈਨੂੰ ਹਰਪਾਲ ਸਿੰਘ ਜੀ ਸੇਵਕ, ਮੇਰੇ ਚਾਚਾ ਜੀ, ਉਹਨਾਂ ਦਾ ਫੋਨ ਆਇਆ। ਉਦੋਂ ਵੈਂਕੂਵਰ ਆਏ ਹੋਏ ਸਨ ਉਹ। ਮੈਂ ਉਹਨਾਂ ਨੂੰ ਆਖਿਆ ਸਨ ਜੀ ਮੈਨੂੰ 2 ਮਿੰਟ ਦਿਓ, ਤੁਹਾਨੂੰ ਬੈਕ ਕਾਲ ਕਰਦਾ। ਮੈਂ ਫਿਰ ਚਾਚਾ ਜੀ ਨੂੰ ਪੁੱਛਿਆ, ਮੈਂ ਕਿਹਾ ਜੀ ਆਹ ਕੁਐਸਚਨ, ਇਹਦਾ ਜਵਾਬ ਕੀ ਹੈ? ਉਹਨਾਂ ਨੇ ਇਸ ਜਵਾਬ ਦੇ ਬਦਲੇ ਇੱਕ ਮੈਨੂੰ ਪ੍ਰਸੰਗ ਸੁਣਾਇਆ ਸੂਬਾ ਰੇਸ਼ਮ ਸਿੰਘ ਜੀ ਦਾ। ਮੈਂ ਕੱਲ੍ਹ ਸੂਬਾ ਜੀ ਤੋਂ ਕਨਫਰਮ ਕੀਤਾ, ਉਹਨਾਂ ਨੇ ਮੈਨੂੰ ਫਿਰ ਉਹਦੇ ਨਾਲ ਸਹੀ ਕਰ ਦਿੱਤਾ। ਸੂਬਾ ਜੀ ਕਹਿੰਦੇ ਮੈਂ ਗਿਆ ਸੀ ਇੰਡੀਆ, ਮੈਂ ਇੰਡੀਆ ਗਿਆ ਅਤੇ ਸੱਚ ਪਾਤਸ਼ਾਹ ਜੀ ਹੋਲੇ ਮਹੱਲੇ 'ਤੇ ਗਿਆ ਅਤੇ ਸੱਚ ਪਾਤਸ਼ਾਹ ਜੀ ਨੂੰ ਕੀਤਾ ਵੀ ਤੂੰ ਭੈਣੀ ਸਾਹਿਬ ਰਹਿ ਥੋੜ੍ਹੇ ਦਿਨ। ਸੂਬਾ ਜੀ ਭੈਣੀ ਸਾਹਿਬ ਰਹੇ। ਸੱਚ ਪਾਤਸ਼ਾਹ ਜੀ ਬਾਹਰ ਦੌਰੇ 'ਤੇ ਚਲੇ ਗਏ। ਸੂਬਾ ਜੀ ਕਹਿੰਦੇ ਵੀ ਮੈਂ ਜਦੋਂ ਇੱਕ ਦਿਨ ਬਾਹਰ ਨਿਕਲਿਆ ਅਤੇ ਉੱਥੇ ਹੀਰਾ ਇੱਕ ਢੋਲਕੀ ਵਜਾਉਂਦਾ ਆਪਣਾ ਸਿੱਖ, ਬਹੁਤ ਵਧੀਆ, ਉਹਨੇ ਆਖਿਆ ਵੀ ਸੂਬਾ ਜੀ ਨੂੰ ਵੀ ਅਸੀਂ ਅਖੰਡ ਪਾਠ ਰੱਖਿਆ ਹੈ ਅਤੇ ਅਖੰਡ ਪਾਠ ਦੀ ਰੌਲ ਲਾ ਲਓ ਅਤੇ ਸਾਡਾ ਪਾਠ ਪਿੱਛੇ ਰਹਿ ਰਿਹਾ, ਤੁਸੀਂ ਥੋੜ੍ਹਾ ਸਪੀਡ ਅਪ ਕਰ ਦਿਓ ਪਾਠ ਨੂੰ। ਸੂਬਾ ਜੀ ਕਹਿੰਦੇ ਮੈਂ ਰੌਲ ਲਾਈ ਅਖੰਡ ਪਾਠ ਦੀ, ਅਤੇ ਅਖੰਡ ਪਾਠੀਆਂ ਦਾ ਜਿਹੜਾ ਪ੍ਰਸ਼ਾਦਾ ਸੀ ਉਹ ਵੱਖਰਾ ਬਣਦਾ ਸੀ। ਜਦੋਂ ਉੱਥੇ ਮੈਂ ਛਕਿਆ ਪ੍ਰਸ਼ਾਦਾ, ਅਤੇ ਉਹਨਾਂ ਨੇ ਮੇਰੀ ਦਾਲ ਸਬਜ਼ੀ ਵਿੱਚ ਘਿਓ ਵੱਧ ਪਾ ਦਿੱਤਾ, ਅੱਧੀ ਕੌਲੀ ਘਿਓ ਦੀ ਭਰਤੀ। ਕਹਿੰਦੇ ਮੈਂ ਵੈਸੇ ਘਿਓ ਬਹੁਤ ਘੱਟ ਛਕਦਾ ਸੀ, ਘਿਓ ਜ਼ਿਆਦਾ ਪਾ ਦਿੱਤਾ। ਆਂਦੇ ਮੈਂ ਇਸ ਕਰਕੇ ਛਕ ਲਿਆ ਵੀ ਝੂਠ ਨਹੀਂ ਛੱਡਣੀ। ਆਂਦੇ ਉਹ ਮੈਨੂੰ ਬਦਬਿਹੇਵ ਜੀ ਕਰ ਗਿਆ ਅਤੇ ਮੈਨੂੰ ਲੂਜ਼ ਮੋਸ਼ਨ ਲੱਗ ਗਏ। ਆਂਦੇ ਮੈਨੂੰ ਲੂਜ਼ ਮੋਸ਼ਨ ਲੱਗ ਗਏ ਅਤੇ ਮੈਂ ਬੜਾ ਤੰਗ ਹੋਇਆ। ਕਿੰਨੇ ਦਿਨ ਲੱਗੇ ਰਹੇ। ਉੱਧਰੋਂ ਸੱਚ ਪਾਤਸ਼ਾਹ ਜੀ ਆਏ। ਸੱਚ ਪਾਤਸ਼ਾਹ ਜੀ ਨੂੰ ਪਤਾ ਲੱਗਾ ਸਤਿਗੁਰੂ ਜਗਜੀਤ ਸਿੰਘ ਜੀ ਨੂੰ ਸੂਬਾ ਜੀ ਢਿੱਲੇ ਹੋ ਗਏ ਨੇ। ਸੱਚ ਪਾਤਸ਼ਾਹ ਜੀ ਆਪ ਪਤਾ ਲੈਣ ਗਏ ਅਤੇ ਸੱਚ ਪਾਤਸ਼ਾਹ ਜੀ ਪੁੱਛਿਆ ਸੂਬਾ ਜੀ ਕੀ ਹੋ ਗਿਆ ਹੈ? ਸੂਬਾ ਜੀ ਕਹਿੰਦੇ ਜੀ ਮੈਂ ਘਿਓ ਜ਼ਿਆਦਾ ਛਕਦਾ ਨਹੀਂ ਸੀ, ਪ੍ਰਸ਼ਾਦਾ ਛਕਣ ਗਿਆ ਸੋਧੀਆਂ ਕੋਲ, ਅਤੇ ਉਹਨਾਂ ਨੇ ਜਦੋਂ ਪ੍ਰਸ਼ਾਦਾ ਛਕਾਇਆ ਅਤੇ ਘਿਓ ਵੱਧ ਪਾ ਤਾ, ਮੇਰੀ ਸਿਹਤ ਢਿੱਲੀ ਹੋ ਗਈ, ਲੂਜ਼ ਮੋਸ਼ਨ ਲੱਗ ਗਏ ਅਤੇ ਸੱਚ ਭੰਗ ਕੀਤਾ। ਬਿਮਾਰ ਹੋਣ ਨਾਲੋਂ ਅਤੇ ਝੂਠ ਛੱਡ ਦੇਣੀ ਚੰਗੀ ਸੀ। ਹੁਣ ਇੱਕ ਪਾਸੇ ਸਾਨੂੰ ਹੁਕਮ ਹੈ ਅਸੀਂ ਝੂਠ ਨਹੀਂ ਛੱਡਣੀ, ਪਰ ਸਾਧ ਸੰਗਤ ਜੀ ਇਹ ਇੱਕ ਸਿਚੁਏਸ਼ਨ ਆ। ਇੱਕ ਬੰਦਾ ਰੋਜ਼ ਝੂਠ ਛੱਡਦਾ, ਉਹ ਉਹਦੀ ਆਦਤ ਆ। ਇੱਕ ਬੰਦਾ, ਹੁਣ ਸੂਬਾ ਜੀ ਬਿਮਾਰ ਹੋ ਗਏ, ਲੂਜ਼ ਮੋਸ਼ਨ ਲੱਗ ਗਏ, ਜਿਹੜੀ ਉਹ ਮਰਜ਼ਾਦਾ ਰੱਖਦੇ ਸੀ, ਭਜਨ ਬਾਣੀ ਕਰਦੇ ਸੀ, ਉਹ ਸਾਧ ਸੰਗਤ ਜੀ ਜਿੰਨੇ ਦਿਨ ਬਿਮਾਰ ਰਹੇ ਸਾਰਾ ਕੁਝ ਛੁੱਟ ਗਿਆ। ਅਤੇ ਜੇ ਉਹ ਇੱਕ ਦਿਨ ਥੋੜ੍ਹੀ ਜਿਹੀ ਝੂਠ ਛੱਡ ਜਾਂਦੇ ਸੂਬਾ ਜੀ, ਅਤੇ ਉਹਦੇ ਨਾਲ ਉਹਨਾਂ ਦੇ ਬਾਕੀ ਦਿਨ ਜਿਹੜੇ ਸਨ ਉਹਨਾਂ ਦੀ ਰੂਟੀਨ 'ਚ ਫਰਕ ਨਹੀਂ ਸੀ ਪੈਣਾ, ਨਿਤਨੇਮ 'ਚ ਫਰਕ ਨਹੀਂ ਸੀ ਪੈਣਾ। ਇਸ ਕਰਕੇ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਹਫ਼ਤੇ ਬਾਅਦ ਹੀ ਕਹਿ ਦਈਏ ਜੀ ਆਹ ਤਾਂ ਕਦੀ ਕਦੀ ਹੈ, ਉਹ ਤਾਂ ਕਦੀ ਸਾਲਾਂ ਬਾਅਦ ਹੀ ਕਦੀ ਇਹ ਗੱਲ ਹੋ ਗਈ। ਇਨ ਕੇਸ ਤੁਸੀਂ ਫਸ ਗਏ ਅਤੇ ਫਿਰ ਵੱਖਰੀ ਗੱਲ ਆ। ਪਰ ਇਹੀ ਇਸ ਕਰਕੇ ਸੱਚ ਭਾਵ ਕਰਦੇ ਨੇ ਤੁਸੀਂ ਭਾਵੇਂ 4 ਵਾਰੀ ਭੋਜਨ ਲਵੋ, 5 ਵਾਰੀ ਆਪਣੀ ਥਾਲੀ 'ਚ ਦੁਬਾਰਾ ਲਵੋ, ਪਰ ਝੂਠ ਨਾ ਛੱਡੋ ਕਿਸੇ ਵੀ ਤਰੀਕੇ। ਦੇਣ ਵਾਲਾ ਸਿੱਖ ਘਰ 'ਚ ਜਦੋਂ ਕੋਈ ਸਰੀਰ ਨੂੰ ਪ੍ਰਸ਼ਾਦਾ ਛਕਾਈਦਾ, ਉਹਦਾ ਜੀਅ ਕਰਦਾ, ਫੋਰਸ ਕਰਦਾ ਨਹੀਂ ਹੋਰ ਛਕ ਲਓ, ਹੋਰ ਛਕ ਲਓ, ਪਰ ਉਹ ਆਪਣੇ ਵੱਲੋਂ ਇਸ ਗੱਲ 'ਚ ਪਿਆਰ ਕਰਦਾ, ਵਿਖਾਉਂਦਾ ਕਿ ਮੈਂ ਤੁਹਾਨੂੰ ਛਕਾ ਰਿਹਾ ਵੱਧ। ਪਰ ਅਗਲਾ ਛਕਣ ਵਾਲੇ ਦਾ ਵੀ ਧਿਆਨ ਦਿਓ ਵੀ ਜਿਹਦਾ ਜੀਅ ਕਰਦਾ ਮੈਂ ਨਹੀਂ ਛਕਣਾ, ਅਤੇ ਉਹਨੂੰ ਫੋਰਸ ਨਾ ਕੀਤਾ ਜਾਵੇ, ਤਾਂ ਕਿ ਉਹਦਾ ਜਾਂ ਉਹ ਤੰਗ ਹੋਏਗਾ ਵੱਧ ਛਕਣ ਵਾਸਤੇ, ਵੀ ਤੁਹਾਡੀ ਗੱਲ ਮੰਨਣ ਵਾਸਤੇ। ਇਹ ਗੱਲਾਂ ਨਿੱਕੀਆਂ ਨਿੱਕੀਆਂ ਨੇ ਜਿਹੜੀਆਂ ਮਰਜ਼ਾਦਾ ਵਿੱਚ ਰੱਖਣ ਵਾਲੀਆਂ ਧਿਆਨ 'ਚ। ਅਸੀਂ ਝੂਠ ਨਹੀਂ ਛੱਡਣੀ। ਜੇ ਇਨ ਕੇਸ ਕੋਈ ਬਿਮਾਰ ਹੁੰਦਾ, ਜਿਹੜੀ ਚੀਜ਼ ਨੂੰ ਖਾਦਿਆਂ ਨਹੀਂ ਪਤਾ ਲੱਗਿਆ ਮਿਰਚਾਂ ਜ਼ਿਆਦੀਆਂ ਨੇ, ਗਲਤੀ ਨਾਲ ਪੈ ਗਈਆਂ ਨੇ, ਉਹ ਕਦੀ ਕਦੀ ਹੁੰਦਾ ਹੈ, ਹਰ ਰੋਜ਼ ਨਹੀਂ ਐਵੇਂ ਹੁੰਦਾ। ਇਸ ਗੱਲ ਦਾ ਥੋੜ੍ਹਾ ਜਿਹਾ ਧਿਆਨ ਰੱਖਿਆ ਜਾਵੇ, ਝੂਠ ਨਾ ਛੱਡੀ ਜਾਵੇ। ਜਦੋਂ ਵੀ ਸਰੀਰ ਨੂੰ ਪ੍ਰਸ਼ਾਦਾ, ਅਸੀਂ ਅੱਜ ਕੱਲ੍ਹ ਕੀ ਹੋ ਗਿਆ ਕਿ ਧਿਆਨ ਨਹੀਂ ਦਿੰਦੇ, ਜਦੋਂ ਅਸੀਂ ਲੰਗਰ ਪ੍ਰਸ਼ਾਦਾ ਵਰਤਾਉਂਦੇ ਹਾਂ, ਅਸੀਂ ਪ੍ਰਸ਼ਾਦਾ ਜਿਹੜਾ ਲੰਗਰ ਛਕਣ ਵਾਲਾ ਹੈ ਸਰੀਰ ਹੈ, ਉਹਦੇ ਹੱਥ ਦੇ ਬਿਲਕੁਲ ਉੱਤੇ ਰੱਖ ਦਿੰਦੇ ਹਾਂ, ਨਾਲ ਟੱਚ ਕਰ ਦਿੰਦੇ ਹਾਂ। ਅਤੇ ਥਾਲੀ ਦੇ ਵਿੱਚ ਜਦੋਂ ਅਸੀਂ ਸਬਜ਼ੀ ਪਾਉਂਦੇ ਹਾਂ, ਉਦੋਂ ਵੀ ਬਹੁਤ ਨਾਲ ਲਾ ਕੇ ਟੱਚ ਕਰ ਦਿੰਦੇ ਹਾਂ ਕਈ ਵਾਰ, ਸਿਰਫ ਇਸ ਕਰਕੇ ਵੀ ਜੇ ਉੱਤੋਂ ਪਾਵਾਂਗੇ ਤਾਂ ਸ਼ਾਇਦ ਉਹ ਨਾਰਾਜ਼ ਹੋ ਜਾਏਗਾ, ਉਹ ਗੁੱਸਾ ਕਰੇਗਾ। ਸਾਧ ਸੰਗਤ ਜੀ, ਗੁੱਸੇ ਨਾਰਾਜ਼ਗੀ ਵਾਲੀ ਗੱਲ ਫਿਰ ਸੁਣਾਉਣਾ ਮੈਂ। ਸਤਿਗੁਰੂ ਉਦੇ ਸਿੰਘ ਜੀ ਬੈਠੇ, ਜਸਬੀਰ ਭਾਜੀ ਕਰੇ ਪ੍ਰਸ਼ਾਦਾ ਛਕ ਰਹੇ, ਸਾਰੇ ਜਾਣੇ ਅਸੀਂ ਬੈਠੇ ਕੋਲ, ਮੈਂ ਵੀ ਕੋਲ ਬੈਠਾ, ਪ੍ਰਸ਼ਾਦਾ ਛਕ ਰਹੇ। ਸੱਚ ਪਾਤਸ਼ਾਹ ਜੀ ਪ੍ਰਸ਼ਾਦਾ ਛਕ ਲਿਆ, ਅਤੇ ਉੱਧਰੋਂ ਜਸਬੀਰ ਭਾਜੀ ਦੇ ਮਾਤਾ ਜੀ ਜਾਂ ਉਹਨਾਂ ਦੀ ਲੜਕੀ ਜੈ ਆਈ, ਉਹਨੇ ਆਣ ਕੇ ਉਹਨੇ ਦੱਸਿਆ ਜੀ ਅਸੀਂ ਕੇਕ ਵੀ ਬਣਾਇਆ। ਸੱਚ ਪਾਤਸ਼ਾਹ ਚਲੋ ਠੀਕ ਹੈ ਲਿਆ ਦੇ। ਹੁਣ ਉਹਨੇ ਕੇਕ ਫੜਿਆ ਆਪਣੇ ਹੱਥ ਦੇ ਉੱਤੇ, ਸ਼ਾਇਦ ਉਹ ਕਰਦ 'ਤੇ ਕੇਸ ਸੀਗਾ, ਕੱਟ ਕੇ ਰੱਖਿਆ ਉਹਨੇ, ਸੱਚ ਪਾਤਸ਼ਾਹ ਜੀ ਦੀ ਥਾਲੀ 'ਚ ਰੱਖਣਾ ਸੀ। ਥਾਂ ਘੱਟ ਸੀ, ਉਹ ਦੂਰ ਸੀ, ਉਹਦਾ ਹੱਥ ਉੱਚਾ ਸੀ, ਥਾਲੀ ਨਾਲੋਂ 2-3 ਫੁੱਟ ਦਾ ਫਰਕ ਹੋਏਗਾ। ਮੈਂ ਕੋਲ ਬੈਠਾ,
ਤੇ ਉਹਦਾ ਬੈਲੈਂਸ ਆਊਟ ਹੋ ਗਿਆ। ਕੇਕ ਉੱਤੋਂ ਛੁੱਟ ਕੇ ਤੇ ਸੱਚ ਪਾਤਸ਼ਾਹ ਜੀ ਦੀ ਥਾਲੀ 'ਚ ਬਹੁਤ ਜ਼ੋਰ ਦੀ 3 ਫੁੱਟ ਦੀ ਵਿੱਥ ਤੋਂ ਡਿੱਗਿਆ, ਡਿਸਟੈਂਸ ਤੋਂ। ਜਦੋਂ ਡਿੱਗਿਆ ਤੇ ਉਹ ਕਹਿੰਦੀ ਜੀ ਪਾਤਸ਼ਾਹ ਜੀ ਗਲਤੀ ਹੋ ਗਈ, ਆਪ ਜੀ ਦੀ ਥਾਲੀ ਵਿੱਚ ਕੇਕ ਡਿੱਗ ਗਿਆ ਉੱਚੀ ਥਾਂ ਤੋਂ, ਹੈ ਨਾ, ਵੀ ਇਹ ਡਿਸਰਿਸਪੈਕਟ ਹੋ ਗਈ। ਸੱਚ ਪਾਓਗੇ ਤਾਂ ਨਹੀਂ, ਇਹ ਨਹੀਂ ਸੋਚਣਾ, ਸੋਧੀਆਂ ਨੂੰ ਇੰਨੀ ਉੱਚੋਂ ਹੀ ਪਾਓ ਤਾਂ ਠੀਕ ਹੈ। ਭਾਵ ਅਸੀਂ ਕੀ ਕਰਦੇ ਹਾਂ ਕਿ ਅਗਲੇ ਦੀ ਡਿਸਰਿਸਪੈਕਟ ਦੇ ਚੱਕਰ 'ਚ ਕਿ ਅਗਲਾ ਮਾੜਾ ਨਾ ਸਮਝੇ ਇਸ ਗੱਲ ਨੂੰ, ਅਸੀਂ ਉਹਦੀ ਥਾਲੀ ਦੇ ਨਾਲ ਲਾ ਕੇ ਭੋਜਨ ਵਰਤਾ ਦਿੰਦੇ ਹਾਂ। ਉਸੇ ਭੋਜਨ ਨੂੰ ਜਾ ਕੇ ਸਾਰੇ ਜਿਹੜੇ ਬਾਕੀ ਭੋਜਨ ਪਿਆ ਹੈ ਉਹਦੇ ਵਿੱਚ ਹੱਥ ਲਾ ਕੇ ਸਾਰਾ ਹੀ ਭੋਜਨ ਜੂਠਾ ਕਰ ਦਿੰਦੇ ਹਾਂ। ਫਿਰ ਉਸ ਤੋਂ ਬਾਅਦ ਅਸੀਂ ਉਹ ਜੂਠਾ ਭੋਜਨ ਹੀ ਸਾਰਿਆਂ ਨੂੰ ਵਰਤਾਉਂਦੇ ਹਾਂ। ਜਦੋਂ ਸੱਚ ਪਾਤਸ਼ਾਹ ਜੀ ਸਾਡੇ ਕੋਲ ਇਹਦੋਂ ਉੱਤੇ ਕੋਈ ਵੀ ਸਰੀਰ ਨਹੀਂ, ਸੱਚ ਪਾਤਸ਼ਾਹ ਜੀ ਸਰਵੋਤਮ ਨੇ ਸਾਡੇ ਵਾਸਤੇ, ਜਦੋਂ ਉਹ ਇਸ ਗੱਲ ਦਾ ਪਰਹੇਜ਼ ਕਰਦੇ ਨਹੀਂ ਰੱਖਦੇ ਕਿ ਮੇਰੀ ਥਾਲੀ 'ਚ ਉੱਪਰੋਂ ਕਿਉਂ ਪਾਇਆ ਗਿਆ, ਤੇ ਸਾਧ ਸੰਗਤ ਜੀ ਅਸੀਂ ਕਾਹਦੇ ਵਿਚਾਰੇ ਹਾਂ ਜਿਹੜੇ ਇਹਨਾਂ ਗੱਲਾਂ ਨੂੰ ਲੈ ਕੇ ਤੁਰੇ ਫਿਰਦੇ ਹਾਂ। ਇਸ ਕਰਕੇ ਇਹ ਸੋਧ ਦੇ ਨਾਲ ਇੱਕ ਸਧਾਰਨ ਜਿਹੜੀ ਮਰਜ਼ਾਦਾ ਆ, ਹਰ ਸਿੱਖ ਵਾਸਤੇ ਇਹ ਫਰਜ਼ ਬਣਦਾ ਹੈ ਕਿ ਪ੍ਰਸ਼ਾਦਾ ਦੇਣ ਲੱਗਿਆਂ ਥੋੜ੍ਹਾ ਜਿਹਾ ਉੱਤੋਂ ਦਿੱਤਾ ਜਾਵੇ, ਹੱਥ 'ਚ ਨਾ ਫੜਾਇਆ ਜਾਵੇ। ਜਦੋਂ ਦਾਲ ਸਬਜ਼ੀ ਪਾਉਣੀ ਹੈ ਉੱਤੋਂ ਪਾਈ ਜਾਵੇ, ਥਾਲੀ ਦੇ ਨਾਲ ਨਾ ਲੱਗੇ, ਇੱਕ ਦੀ ਜੂਠ ਦੂਜੀ ਨੂੰ ਨਾ ਖਵਾਈ ਜਾਵੇ। ਉਹਦਾ ਕਾਰਨ ਕੌਣ ਬਣਿਆ? ਜਿਹੜਾ ਸਰੀਰ ਵਰਤਾ ਰਿਹਾ ਹੈ। ਇਹ ਵਰਤਾਉਣ ਵਾਲੇ ਦੀ ਗਲਤੀ ਹੈ, ਉਹਦੇ ਕਰਕੇ ਸਾਰਿਆਂ ਨੂੰ ਜੂਠ ਪਹੁੰਚਦੀ ਹੈ। ਇਹ ਗੱਲ ਦਾ ਪਰਹੇਜ਼ ਆਪਾਂ ਇੱਦਾਂ ਰੱਖਿਆ ਜਾਵੇ, ਇਹਨੂੰ ਕੋਈ ਸੀਰੀਅਸ ਨਾ ਲਵੇ। ਇਹ ਮਰਜ਼ਾਦਾ ਆ, ਇਹਨੂੰ ਸਤ ਬਚਨ ਕਰਕੇ ਸੱਚ ਪਾਤਸ਼ਾਹ ਦਾ ਹੁਕਮ ਆ, ਇਸ ਤਰ੍ਹਾਂ ਹੀ ਚੱਲਿਆ ਜਾਵੇ। ਕਈ ਵਾਰ ਗੁੱਸਾ ਵੀ ਕਰ ਜਾਂਦੇ ਨੇ, ਨਹੀਂ ਜੀ ਤੁਸੀਂ ਇੱਦਾਂ ਨਾ ਕਰਿਆ ਕਰੋ। ਪਰ ਜਦੋਂ ਮਰਜ਼ਾਦਾ ਦੀ ਗੱਲ ਆ ਗਈ, ਸੱਚ ਪਾਤਸ਼ਾਹ ਦੇ ਹੁਕਮ ਦੀ ਗੱਲ ਆ ਗਈ, ਉਦੋਂ ਬਾਅਦ ਸਾਡੀਆਂ ਥਿਊਰੀਆਂ, ਸਾਡੇ ਕਿੰਤੂ ਪਰੰਤੂ ਸਾਰੇ ਖਤਮ ਹੋ ਜਾਣੇ ਚਾਹੀਦੇ ਨੇ, ਉਹ ਕੋਈ ਪੈਦਾ ਨਹੀਂ ਹੋਣਾ ਚਾਹੀਦਾ। ਜਦੋਂ ਇਸ਼ਨਾਨ ਕਰਨਾ ਆ ਸੋਧੀ ਸਰੀਰ ਨੇ, ਸਾਧ ਸੰਗਤ ਜੀ ਇਸ਼ਨਾਨ ਕਰਨ ਲੱਗਿਆਂ ਜਦੋਂ ਅੱਜ ਕੱਲ੍ਹ ਹੁਣ ਇੱਥੇ ਵਿਦੇਸ਼ਾਂ ਵਿੱਚ ਅਸੀਂ ਰਹਿੰਦੇ ਹਾਂ, ਪਾਣੀ ਜਾ ਕੇ ਬਾਹਰੋਂ ਦੂਰੋਂ ਲੈ ਕੇ ਆਉਣਾ ਪੈਂਦਾ, ਡਰਮਾਂ 'ਚ ਭਰ ਕੇ ਰੱਖਦੇ ਆ। ਉਹਦੇ ਵਿੱਚ ਇਹ ਆ ਵੀ ਤੁਸੀਂ ਥੱਲੇ ਥੋੜ੍ਹਾ ਜਿਹਾ ਦੂਜਰੇ ਪਾਣੀ ਨਾਲ ਇਸ਼ਨਾਨ ਕਰ ਸਕਦੇ ਹੋ। ਉੱਪਰੋਂ ਬਾਅਦ 'ਚ ਤੁਸੀਂ ਸੋਧ ਦਾ ਜਲ ਹੀ ਕੇਸਾਂ ਵਿੱਚ ਪਾਉਣਾ ਹੈ। ਮੂੰਹ, ਕੇਸਾਂ ਵਿੱਚ, ਸਾਰੇ ਬਾਡੀ 'ਤੇ ਤੁਸੀਂ ਬਾਅਦ 'ਚ ਸੋਧ ਦਾ ਜਲ ਪਾਓ। ਸੋਧ ਦੇ ਜਲ ਨਾਲ ਤੁਸੀਂ ਇਸ਼ਨਾਨ ਕਰ ਲਿਆ ਵੱਡੀ ਸੋਧ ਵਿੱਚ। ਹੁਣ ਇਸ਼ਨਾਨ ਕਰਨ ਲੱਗਿਆਂ ਬਾਥਰੂਮ ਥੋੜ੍ਹੇ ਜਿਹੇ ਛੋਟੇ ਹੁੰਦੇ ਨੇ, ਤੁਹਾਡੀਆਂ ਬਾਹਾਂ ਕਈ ਵਾਰ ਟਾਇਲਾਂ ਨਾਲ ਲੱਗ ਜਾਂਦੀਆਂ ਨੇ, ਤੁਸੀਂ ਖੁੱਲ੍ਹੇ ਹੋ ਜਾਂਦੇ ਹੋ। ਇਸ ਗੱਲ ਦਾ ਬੜਾ ਧਿਆਨ ਰੱਖਣ ਦੀ ਲੋੜ ਹੈ ਕਿ ਤੁਹਾਡੀਆਂ ਬਾਹਾਂ ਸਾਈਡਾਂ 'ਤੇ ਨਾ ਟੱਚ ਹੋਣ, ਤਾਂ ਕਿ ਤੁਸੀਂ ਦੁਬਾਰਾ ਖੁੱਲ੍ਹੇ ਨਾ ਹੋਵੋ। ਉਸ ਤੋਂ ਬਾਅਦ ਜਿਹੜਾ ਪਰਨਾ ਅਸੀਂ ਤੇੜ ਲਾਉਣਾ ਹੈ, ਉਹਨੂੰ ਸਿਰ ਨੂੰ ਨਹੀਂ ਲਾਉਣਾ, ਉਹ 2 ਪਰਨੇ ਵੱਖਰੇ ਰੱਖੇ ਜਾਣ। ਤੇੜ ਲਾਉਣ ਵਾਲਾ ਥੱਲੇ ਪਰਨਾ ਅਸੀਂ ਵੱਖਰਾ ਯੂਜ਼ ਕਰੀਏ ਬਾਡੀ ਵਾਸਤੇ, ਉੱਪਰ ਕੇਸਾਂ ਵਾਸਤੇ, ਚਿਹਰੇ ਵਾਸਤੇ ਉਹ ਵੱਖਰਾ ਪਰਨਾ ਯੂਜ਼ ਕੀਤਾ ਜਾਵੇ। ਜਦੋਂ ਤੁਸੀਂ ਆਪਣਾ ਸਿਰ ਕੱਜ ਕੇ ਕਛਹਿਰਾ ਬਦਲ ਲਿਆ, ਉਸ ਤੋਂ ਬਾਅਦ ਦੁਬਾਰਾ ਫਿਰ ਹੱਥ ਧੋ ਕੇ ਕੇਸਾਂ ਨੂੰ ਲਾਉਣੇ ਨੇ। ਕਛਹਿਰੇ ਵਾਲੇ ਹੱਥ ਜਿਹੜੇ ਨੇ ਉਹ ਕੇਸਾਂ ਨੂੰ ਨਹੀਂ ਲਾ ਸਕਦੇ। ਕਛਹਿਰੇ ਵਾਲੇ ਹੱਥ ਭਾਵੇਂ ਉਹ ਸੋਧ ਦਾ ਹੀ ਹੈ, ਉਹ ਵਾਲੇ ਹੱਥ ਮੂੰਹ ਨੂੰ ਨਹੀਂ ਲਾ ਸਕਦੇ। ਇਹ ਸੋਧ ਦੀ ਸਰੀਰ ਦੀਆਂ ਮਰਜ਼ਾਦਾ ਨੇ। ਇਸ਼ਨਾਨ ਕਰਨ ਲੱਗਿਆਂ, ਇਸ਼ਨਾਨ ਕਰਨ ਤੋਂ ਬਾਅਦ 'ਚ ਭਜਨ ਬਾਣੀ ਕਰਨਾ, ਸੋਧ ਦੇ ਬਸਤਰ ਪਾਉਣੇ ਨੇ, ਖੁੱਲ੍ਹੇ ਕੱਪੜੇ, ਭਾਵ ਕਾਟਨ ਦੇ ਕੱਪੜੇ ਨਹੀਂ ਪਾ ਸਕਦੇ। ਜੇ ਕਾਟਨ ਦੇ ਕੱਪੜੇ, ਦਸਤਾਰ ਜਿਹੜੀ ਇਸ ਕਿਸੇ ਸਰੀਰ ਨੇ ਸਜਾਉਣੀ, ਉਹ ਵੀ ਸੋਧ ਦੀ ਹੀ ਸਜਾਉਣੀ ਪਏਗੀ, ਕਿਉਂਕਿ ਜੇ ਤੁਸੀਂ ਕਾਟਨ ਦੀ ਦਸਤਾਰ ਸਜਾਉਂਦੇ ਹੋ ਤਾਂ ਉਹ ਤੁਸੀਂ ਫਿਰ ਖੁੱਲ੍ਹੇ ਹੋ ਜਾਓਗੇ। ਇਸ ਕਰਕੇ ਇਹ ਸੋਧ ਦੇ ਕੱਪੜੇ ਜਿਹੜੇ ਨੇ ਇਹਨਾਂ ਦਾ ਇੰਤਜ਼ਾਮ ਕਰਨਾ ਪਏਗਾ। ਸੋਧ ਦਾ ਪ੍ਰਸ਼ਾਦਾ ਛਕਣਾ, ਸੋਧ ਦਾ ਪ੍ਰਸ਼ਾਦਾ ਜਦੋਂ ਤਿਆਰ ਕਰਨਾ ਹੈ, ਉਹਦੇ ਵਿੱਚ ਟੂਟੀ ਦਾ ਪਾਣੀ ਨਹੀਂ ਵਰਤਣਾ। ਕਈ ਵਾਰ ਕੀ ਹੁੰਦਾ ਕਿ ਕਈ ਵਾਰ ਘਰਾਂ ਵਿੱਚ ਜਿਹੜਾ ਭਾਂਡੇ ਜਿਹੜੇ ਨੇ ਰੇਤਾ ਨਾਲ ਮਾਂਜਣੇ ਨੇ, ਹੱਥ ਰੇਤਾ ਨਾਲ ਮਾਂਜਣੇ ਨੇ, ਇਸ ਗੱਲ ਦਾ ਪੂਰੇ ਤਰੀਕੇ ਨਾਲ ਪਰਹੇਜ਼ ਕਰਨਾ ਪਏਗਾ ਕਿ ਅਸੀਂ ਭਾਂਡੇ ਧੋ ਨਹੀਂ ਸਕਦੇ। ਡਿਸ਼ ਵਾਸ਼ਰ 'ਚ ਭਾਂਡੇ ਧੋ ਕੇ ਅਸੀਂ ਉਹਨਾਂ ਨੂੰ ਸੋਧ ਦੇ ਨਹੀਂ ਵਰਤ ਸਕਦੇ। ਭਾਂਡੇ ਸੁਕਮਾਂਜ ਕਰਨੇ ਪੈਣਗੇ, ਰੇਤਾ ਨਾਲ ਹੀ ਮਾਂਜਣੇ ਪੈਣਗੇ। ਜਿਹੜੀ ਸਲਫ ਆ ਉਹਦੇ ਉੱਤੇ ਤੁਸੀਂ ਜੇ ਮਾਰਬਲ ਲੱਗਾ ਉਹਨੂੰ ਪਾਣੀ ਨਾਲ ਧੋ ਕੇ ਸੋਧ ਦਾ ਕਰ ਸਕਦੇ ਹੋ, ਜਾਂ ਉੱਥੇ ਰੁਮਾਲੀ ਸੋਧ ਦੀ ਵਿਛਾ ਕੇ ਉਹਦੇ ਉੱਤੇ ਆਪਣੇ ਭਾਂਡੇ ਸੋਧ ਦੇ ਕਰਕੇ ਰੱਖੋ। ਉਹ ਉਸ ਤੋਂ ਬਾਅਦ ਉਹ ਭਾਂਡੇ ਵਰਤੇ ਜਾਣ ਸੋਧ ਦੇ। ਉਹ ਕਿਸੇ ਤਰੀਕੇ ਗਲਤੀ ਨਾਲ ਹੱਥ ਲੱਗ ਗਿਆ। ਹੁਣ ਇੱਥੇ ਇੱਕ ਆਉਂਦਾ ਜਿਹੜਾ ਭੈ ਗੁਰੂ, ਜਿਹੜਾ ਉਹਨਾਂ ਨੇ ਲਿਖਿਆ ਸੀਗਾ, ਕਈ ਸਰੀਰ ਕੀ ਕਰਦੇ ਨੇ ਕਿ ਨੈਪਕਿਨ ਦੇ ਨਾਲ ਫੜ ਲੈਣਗੇ, ਕਿਸੇ ਹੋਰ ਚੀਜ਼ ਨਾਲ ਫੜ ਲੈਣਗੇ। ਸਾਧ ਸੰਗਤ ਜੀ ਇਹ ਸੋਚ ਨਹੀਂ ਆਉਂਦੀਆਂ ਚੀਜ਼ਾਂ। ਇਹ ਸਾਰੇ ਨੈਪਕਿਨ ਹੋ ਗਿਆ, ਕਾਟਨ ਦੀ ਰੁਮਾਲੀ ਹੋ ਗਈ, ਇਹ ਸਾਰਾ ਕੁਝ ਜਿਹੜਾ ਸਮਾਨ ਆ ਇਹ ਖੁੱਲ੍ਹਾ ਆ, ਇਹ ਆਪਾਂ ਇਸ ਤਰ੍ਹਾਂ ਨਹੀਂ ਵਰਤਣਾ। ਜਦੋਂ ਅਸੀਂ ਪ੍ਰਸ਼ਾਦਾ ਛਕ ਲਿਆ, ਪ੍ਰਸ਼ਾਦਾ ਛਕ ਕੇ ਅਰਦਾਸ ਜ਼ਰੂਰ ਕਰਨੀ ਹੈ।
ਗੁਰੂ ਅੰਗਦ ਦੇਵ ਜੀ ਵੇਲੇ ਇੱਕ ਪ੍ਰਸੰਗ ਆਉਂਦਾ ਕਿ ਸੱਚ ਪਾਤਸ਼ਾਹ ਜੀ ਨੂੰ ਸਿੱਖਾਂ ਨੇ ਅਰਜ਼ ਕੀਤੀ ਕਿ ਗਰੀਬ ਨਵਾਜ਼ ਜੀ, ਜਿਹੜੇ ਜ਼ਿਮੀਂਦਾਰ ਆ, ਜਦੋਂ ਉਹ ਹਲ ਵਾਹੁੰਦਾ ਖੇਤ ਵਿੱਚ, ਉਹਦੇ ਵਿੱਚ ਬੜੇ ਕੀੜੇ ਮਕੌੜੇ, ਕਈ ਵਾਰ ਸੱਪ ਵੀ ਮਰ ਜਾਂਦਾ। ਚਲੋ ਉਦੋਂ ਤਾਂ ਸ਼ਾਇਦ ਸੱਪ ਨਹੀਂ ਮਰਦਾ ਹੋਏਗਾ, ਕਿਉਂਕਿ ਬੈਲ ਚੱਲਦੇ ਸੀ, ਸਲੋ ਸਪੀਡ 'ਤੇ ਚੱਲਦੇ ਸੀ, ਸੱਪ ਭੱਜ ਜਾਂਦਾ ਹੋਏਗਾ ਵਿੱਚੋਂ। ਪਰ ਅੱਜ ਕੱਲ੍ਹ ਜਦੋਂ ਟਰੈਕਟਰ ਨਾਲ ਖੇਤੀ ਕੀਤੀ ਜਾਂਦੀ ਹੈ ਤਾਂ ਸੱਪ ਮਰ ਜਾਂਦੇ ਨੇ। ਸੱਪ ਨੂੰ ਮਾਰਨ ਦਾ ਪਾਪ ਸਤਿਗੁਰੂ ਰਾਮ ਸਿੰਘ ਜੀ ਕਿੰਨਾ ਵੱਡਾ ਦੱਸਿਆ। ਉਹਨਾਂ ਨੇ ਅਰਜ਼ ਕੀਤੀ ਸਿੱਖਾਂ ਨੇ ਕਿ ਜਿਹੜੇ ਇਹ ਖੇਤੀ ਕਰਦੇ ਨੇ ਜ਼ਿਮੀਂਦਾਰ, ਉਹਨਾਂ ਕੋਲੋਂ ਇੰਨੇ ਪਾਪ ਹੁੰਦੇ ਨੇ, ਉਹਦਾ ਪਾਪ ਕਿਹਨੂੰ ਲੱਗੇਗਾ? ਇਹ ਜਿਹੜੇ ਜਾਨਵਰ ਮਰਦੇ ਨੇ। ਸੱਚ ਪਾਤਸ਼ਾਹ ਜੀ ਹੁਕਮ ਕੀਤਾ ਕਿ ਜਿਹੜੇ ਸਰੀਰ ਪ੍ਰਸ਼ਾਦਾ ਛਕ ਕੇ, ਅੰਨ ਖਾ ਕੇ, ਫਿਰ ਉਸ ਸਤਿਗੁਰ ਦਾ ਧੰਨਵਾਦ ਨਹੀਂ ਕਰਦੇ, ਜਿਹੜੇ ਸਰੀਰ ਸਤਿਗੁਰ ਦਾ ਧੰਨਵਾਦ ਨਹੀਂ ਕਰਦੇ, ਸ਼ੁਕਰਾਨਾ ਨਹੀਂ ਕਰਦੇ ਪ੍ਰਮਾਤਮਾ ਦਾ, ਇਹ ਪਾਪ ਉਹਨਾਂ ਨੂੰ ਲੱਗੇਗਾ, ਨਾ ਕਿ ਉਸ ਜ਼ਿਮੀਂਦਾਰ ਨੂੰ ਲੱਗੇਗਾ। ਇਸ ਕਰਕੇ ਸੱਚ ਪਾਤਸ਼ਾਹ ਜੀ, ਸਤਿਗੁਰੂ ਜਗਜੀਤ ਸਿੰਘ ਜੀ, ਗੁਰਬਾਣੀ ਦਾ ਇੱਕ ਸ਼ਬਦ ਹੈ, ਦਾਸਾ ਏਕ ਨਿਹਾਰਿਆ ਸਭ ਕੁਛ ਦੇਵ। ਇਹ ਜਿਹੜਾ ਸ਼ਬਦ ਆ, ਇਹ ਜੇ ਕਿਸੇ ਨੂੰ ਲੋੜ ਹੋਵੇ ਤੁਸੀਂ ਪ੍ਰਧਾਨ ਜੀ ਨਾਲ ਜਾਂ ਸਾਡੇ ਨਾਲ ਕਿਸੇ ਨਾਲ ਸੰਪਰਕ ਕਰ ਲਓ, ਅਸੀਂ ਉਹ ਅਰਦਾਸ ਪਹੁੰਚਾ ਦੇਵਾਂਗੇ। ਸਾਡੇ ਕੋਲ ਲੈਮੀਨੇਸ਼ਨ ਕੀਤੀਆਂ ਵੀ ਪਈਆਂ ਨੇ, ਘਰ 'ਚ ਰੱਖ ਕੇ ਰਸੋਈ ਵਿੱਚ ਲਾਈ ਜਾਵੇ ਅਰਦਾਸ। ਘਰ ਵਿੱਚ ਭਾਵੇਂ ਕੋਈ ਸੋਧੀ ਹੈ, ਚਾਹੇ ਉਹ ਸੋਧੀ ਨਹੀਂ ਹੈਗਾ, ਉਹ ਤਾਂ ਵੀ ਉਸ ਅਰਦਾਸ ਦਾ ਪਾਠ ਜ਼ਰੂਰ ਕਰੇ। ਹਫ਼ਤਾ 10 ਦਿਨ ਲਗਾਤਾਰ ਜਦੋਂ ਵੇਖ ਕੇ ਪਾਠ ਕਰਾਂਗੇ, ਉਸ ਤੋਂ ਬਾਅਦ ਇਹ ਜ਼ੁਬਾਨੀ ਯਾਦ ਹੋ ਜਾਏਗੀ। ਇੱਕ ਛੋਟਾ ਜਿਹਾ ਸ਼ਬਦ ਹੈ ਗੁਰਬਾਣੀ ਦਾ, ਉਹ ਪੜ੍ਹਨਾ ਆ, ਤਾਂ ਕਿ ਇਹ ਜਿਹੜਾ ਮੈਂ ਭੋਜਨ ਛਕਿਆ, ਇਹ ਪ੍ਰਮਾਤਮਾ, ਇਹ ਤੇਰੀ ਬਖਸ਼ਿਸ਼ ਦੀ ਕਿਰਪਾ ਦੇ ਨਾਲ ਉਹਦਾ ਧੰਨਵਾਦ ਕਰਨ ਵਾਸਤੇ, ਅਤੇ ਅਸੀਂ ਉਸ ਪਾਪ ਤੋਂ ਜਿਹੜਾ ਅਸੀਂ ਕੀਤਾ ਹੀ ਨਹੀਂ, ਉਹ ਤੋਂ ਮੁਕਤ ਹੋ ਸਕਦੇ ਹਾਂ। ਸਾਨੂੰ ਇੱਕ ਪ੍ਰਮਾਤਮਾ ਦਾ ਧੰਨਵਾਦ ਕਰਨ ਦੀ ਆਦਤ ਪੈਂਦੀ ਹੈ ਕਿ ਇਹ ਪ੍ਰਮਾਤਮਾ ਦੀ ਕਿਰਪਾ ਨਾਲ, ਸਤਿਗੁਰ ਦੀ ਬਖਸ਼ਿਸ਼ ਨਾਲ ਇਹ ਮੈਨੂੰ ਭੋਜਨ ਮਿਲਿਆ ਜਿਹੜਾ ਮੈਂ ਛਕਿਆ। ਉਹਦੇ ਵਿੱਚ ਇਹ ਨਹੀਂ ਕਿ ਮੈਂ ਕਮਾ ਕੇ ਲਿਆਇਆ ਤਾਂ ਮੈਨੂੰ ਇਹ ਭੋਜਨ ਮੈਂ ਛਕਿਆ। ਇਹ ਚੀਜ਼ਾਂ ਜਿਹੜੀਆਂ ਨੇ ਇਸ ਮਰਜ਼ਾਦਾ ਦੀਆਂ ਨੇ, ਨਿੱਕੇ ਨਿੱਕੇ ਸਟੈਪ ਨੇ, ਜਿਹਦੇ ਅਸੀਂ ਬੱਚਿਆਂ ਨੂੰ ਛੋਟੇ ਹੁੰਦਿਆਂ ਤੋਂ ਯਾਦ ਕਰਾਉਣੀ ਸ਼ੁਰੂ ਕਰਾ ਦਾਂਗੇ, ਉਹ ਬੱਚੇ ਲਗਾਤਾਰ ਫਿਰ ਉਹ ਸਾਰੀ ਉਮਰ ਯਾਦ ਕਰਦੇ ਰਹਿਣਗੇ। ਪੰਜਾਬੀ ਦੀ ਕਹਾਵਤ ਹੈ, ਵਾਦੜੀਆਂ ਸਜਾਦੜੀਆਂ ਨਿਭਣ ਸਿਰਾਂ ਦੇ ਨਾਲ, ਵਾਰਸ ਸ਼ਾਹ ਨਾ ਆਦਤਾਂ ਜਾਂਦੀਆਂ, ਭਾਵੇਂ ਕੱਟੀਏ ਪੋਰੀਆ ਪੋਰੀਆ ਜੀ। ਇਹ ਜਿਹੜੀ ਇਹ ਵਾਰਸ ਸ਼ਾਹ ਦੇ ਇੱਕ ਅਸੀਂ ਲੈਸਨ ਹੁੰਦਾ ਸੀ ਸਾਨੂੰ, ਅਸੀਂ ਪੜ੍ਹਦੇ ਹੁੰਦੇ ਸੀ, ਜਿਹੜੀਆਂ ਆਦਤਾਂ ਬਚਪਨ ਤੋਂ ਪੈ ਜਾਣਗੀਆਂ। ਹੁਣ ਅਸੀਂ ਦਸਤਾਰ ਸਜਾਉਣੀ ਹੈ, ਸਿਰ ਖਾਲੀ ਹੈ, ਉਹ 'ਚ ਕੰਘਾ ਰੱਖੀਏ ਭਾਵੇਂ ਨਾ ਰੱਖੀਏ, ਉਹਦਾ ਕੋਈ ਭਾਰ ਨਹੀਂ ਹੈਗਾ। ਪਰ ਜੇ ਆਦਤ ਪੈ ਜਾਏਗੀ, ਅਸੀਂ ਸਿਰ 'ਚ ਕੰਘਾ ਵੀ ਰੱਖਣ ਲੱਗ ਜਾਵਾਂਗੇ, ਉਹਦਾ ਕੋਈ ਭਾਰ ਨਹੀਂ, ਕੋਈ ਉਹਦਾ ਬਹੁਤਾ ਮੁੱਲ ਨਹੀਂ ਹੈਗਾ, ਕੋਈ ਬਹੁਤੀ ਕੀਮਤ ਨਹੀਂ ਹੈਗੀ। ਸਾਡੀਆਂ ਜੇਬਾਂ ਵਿੱਚ, ਸਾਡੇ ਸਰੀਰ 'ਤੇ ਕਿੰਨੇ ਕਿੰਨੇ ਪੈਸਿਆਂ ਦਾ ਸਮਾਨ ਆ, ਘੜੀਆਂ ਨੇ ਮਹਿੰਗੀਆਂ ਮਹਿੰਗੀਆਂ, ਫੋਨ ਨੇ ਕਿੰਨੇ ਕਿੰਨੇ ਹਜ਼ਾਰਾਂ ਡਾਲਰ ਦੇ, ਭਾਵ ਕਿ ਅਸੀਂ ਲੱਖਾਂ ਰੁਪਈਆਂ ਦਾ ਸਮਾਨ ਅਸੀਂ ਪਰ ਹੈੱਡ ਘਰ ਵਿੱਚ ਇਕੱਲੇ ਇਕੱਲੇ ਬੰਦੇ ਦੀ ਜੇਬ 'ਚ ਹੁੰਦਾ ਹੈ। ਪਰ ਇਹ ਕੰਘਾ, ਕੜਾ, ਇਹ ਜਿਹੜੀ ਮਰਜ਼ਾਦਾ ਆ, ਇਹ ਇੱਕ ਬਹੁਤ ਹੀ ਕੀਮਤ ਬਹੁਤ ਘੱਟ ਆ, ਪਰ ਸੱਚ ਪਾਤਸ਼ਾਹ ਦੀਆਂ ਖੁਸ਼ੀਆਂ ਬਹੁਤ ਮਿਲਦੀਆਂ ਨੇ। ਇੱਕ ਸਿੱਖ ਨੇ ਸਵਾਲ ਕੀਤਾ ਜੀ, ਮੈਦਾਨ ਜਾ ਕੇ ਹੱਥ ਰੇਤੇ ਨਾਲ ਮਾਂਜਣ ਦਾ ਬੈਨੀਫਿਟ ਦੱਸੋ। ਦੂਸਰੇ ਸਿੱਖ ਨੇ ਜਵਾਬ ਦਿੱਤਾ, ਕਹਿੰਦਾ ਇਹਦੇ ਨਾਲ ਬੈਨੀਫਿਟ ਇੰਨਾ ਹੀ ਹੈ, ਸਭ ਤੋਂ ਵੱਡਾ ਕਿ ਮੇਰੇ ਤੇ ਮੇਰੇ ਸਤਿਗੁਰ ਦੀ ਖੁਸ਼ੀ ਹੋ ਜਾਏਗੀ, ਬਸ ਇੰਨਾ ਹੀ ਬੈਨੀਫਿਟ ਹੈ। ਕਿਉਂਕਿ ਅਸੀਂ ਸਿੱਖੀ ਦੇ ਵਿੱਚ ਸਿਰਫ ਬੈਨੀਫਿਟ ਹੀ ਇੰਨਾ ਹੈ ਕਿ ਮੈਨੂੰ ਮੇਰੇ ਸਤਿਗੁਰ ਦੀ ਖੁਸ਼ੀ ਚਾਹੀਦੀ ਹੈ, ਇੱਦੋਂ ਵੱਧ ਸੋਚਣਾ ਹੀ ਨਹੀਂ। ਅਸੀਂ ਸਿੱਖੀ ਜਿਹੜੀ ਹੈ ਉਹ ਧੰਦੇ ਦੀ ਸਿੱਖੀ ਨਹੀਂ ਰੱਖਣੀ। ਸਿੱਖੀ ਵੀ 4-5 ਪ੍ਰਕਾਰ ਦੀ ਹੈ, ਇੱਕ ਵੇਖਾ ਵੇਖੀ ਦੀ ਸਿੱਖੀ, ਇੱਕ ਧੰਦੇ ਦੀ ਸਿੱਖੀ ਹੈ, ਇੱਕ ਪ੍ਰੇਮ ਦੀ ਸਿੱਖੀ, ਇੱਕ ਸਿਦਕ ਦੀ ਸਿੱਖੀ। ਇਸ ਤਰ੍ਹਾਂ ਅਸੀਂ ਆਪਣੇ ਆਪ ਨੂੰ ਸਤਿਗੁਰ ਨਾਲ ਬਿਜ਼ਨਸ ਡੀਲ ਨਹੀਂ ਕਰਨੀ ਕਿ ਮੇਰਾ ਕੰਮ ਕਰੋਗੇ ਮੈਂ ਫਿਰ ਸਿੱਖੀ ਰੱਖਾਂਗਾ। ਅਸੀਂ ਪ੍ਰੇਮ ਦੀ ਸਿੱਖੀ ਰੱਖਣੀ ਹੈ, ਅਸੀਂ ਸਿਦਕ ਦੀ ਸਿੱਖੀ ਰੱਖਣੀ ਹੈ। ਇਤਿਹਾਸ ਸਾਡਾ ਭਰਿਆ ਪਿਆ ਹੈ, ਉਹਨਾਂ ਦੇ ਉੱਤੇ ਕਿੰਨੀਆਂ ਮੁਸ਼ਕਲਾਂ ਆਈਆਂ, ਉਹਨਾਂ ਨੇ ਸਿਰ ਵੀ ਕਟਾ ਦਿੱਤੇ, ਪਰ ਸਿੱਖੀ ਨਹੀਂ ਛੱਡੀ ਆਪਣੀ। ਸਿੱਖੀ ਇਸ ਤਰ੍ਹਾਂ ਧਾਰਨ ਕਰਨੀ ਹੈ, ਬਿਨਾਂ ਕਿਸੇ ਸਵਾਰਥ ਤੋਂ ਸਿੱਖੀ ਨੂੰ ਅਪਣਾਉਣਾ ਆ। ਸਾਧ ਸੰਗਤ ਜੀ, ਜਦੋਂ ਜਿਹੜਾ ਸੋਧੀ ਸਰੀਰ ਹੈ, ਹੁਣ ਇਹਦੇ ਵਿੱਚ ਇੱਕ ਹੋਰ ਗੱਲ ਬੜੀ ਵਧੀਆ ਆਉਂਦੀ ਹੈ ਕਿ ਉਹ ਨਿਤਨੇਮੀ ਤਾਂ ਹੋਏਗਾ ਹੀ। ਜਦੋਂ ਹੁਣ ਤੁਸੀਂ ਸੋਧ ਦਾ ਭਾਂਡਾ ਹੱਥ ਵਿੱਚ ਫੜ ਲਿਆ, ਗਲਤੀ ਨਾਲ ਤੁਹਾਡਾ ਹੱਥ ਲੱਗ ਗਿਆ, ਉਹ ਭਾਂਡਾ ਖੁੱਲ੍ਹਾ ਹੋ ਗਿਆ, ਉਹ ਭੋਜਨ ਦੇ ਵਿੱਚ ਪਿਆ ਜਿਹੜਾ ਭੋਜਨ ਹੈ ਸਾਰਾ ਭੋਜਨ ਖੁੱਲ੍ਹਾ ਹੋ ਗਿਆ, ਉਹ ਪਦਾਰਥ ਸਾਰਾ ਖੁੱਲ੍ਹਾ ਹੋ ਗਿਆ, ਕਿਸੇ ਨੇ ਨਹੀਂ ਵੇਖਿਆ, ਸੋਧੀ ਦਾ ਗਲਤੀ ਨਾਲ ਹੀ ਹੱਥ ਲੱਗਾ ਸੀ। ਹੁਣ ਇੱਥੇ ਉਹ ਬੰਦਾ 2 ਚੀਜ਼ਾਂ ਕਰ ਸਕਦਾ, ਇੱਕ ਤਾਂ ਇਗਨੋਰ ਕਰ ਦੇਗਾ, ਕੋਈ ਗੱਲ ਨਹੀਂ, ਕਿਹੜਾ ਕਿਸੇ ਨੇ ਵੇਖਿਆ। ਇੱਕ ਉਹ ਇਹ ਸੋਚੇਗਾ ਨਹੀਂ ਕਿਸੇ ਨੇ ਨਹੀਂ ਵੇਖਿਆ, ਪਰ ਮੇਰੇ ਸਤਿਗੁਰ ਨੇ ਵੇਖਿਆ। ਉਹ ਹਮੇਸ਼ਾ ਆਪਣੇ
ਨਜ਼ਦੀਕ ਸਤਿਗੁਰ ਨੂੰ ਮਹਿਸੂਸ ਕਰੇਗਾ, ਉਹ ਹਮੇਸ਼ਾ ਇਹ ਸੋਚੇਗਾ ਕਿ ਮੇਰਾ ਸਤਿਗੁਰ ਮੈਨੂੰ ਵੇਖਦਾ ਪਿਆ ਹੈ। ਸਤਿਗੁਰ ਦਾ ਭੈ ਡਰ ਆਪਣੇ ਮਨ ਵਿੱਚ ਧਾਰਨ ਕਰਦਾ ਹੈ, ਕਿਉਂਕਿ ਜਿਹੜਾ ਖੌਫ ਰੱਖਣਾ ਗੁਰੂ ਦਾ ਹਰਦਮ, ਸਤਿਗੁਰੂ ਰਾਮ ਸਿੰਘ ਜਿਹੜਾ ਬਚਨ ਕੀਤਾ ਨਾ, ਅਸੀਂ ਦੁਨਿਆਵੀ ਜੀ ਹਾਂ ਕਿ ਜਦੋਂ ਸਾਡੇ ਅੰਦਰ ਜਿੰਨਾ ਚਿਰ ਖੌਫ ਹੋਏਗਾ ਉਹਨਾਂ ਚਿਰ ਹੀ ਅਸੀਂ ਸਤਿਗੁਰ ਦੇ ਬਚਨਾਂ ਨੂੰ ਸੌਖੇ ਮੰਨਦੇ ਹਾਂ। ਜਦੋਂ ਖੌਫ ਲੱਥ ਜਾਂਦਾ ਹੈ, ਜਦੋਂ ਡਰ ਨਹੀਂ ਰਹਿੰਦਾ, ਸਾਨੂੰ ਇੱਥੇ ਅੱਜ ਕੱਲ੍ਹ ਨਹੀਂ ਡਰ ਹੁੰਦਾ ਵੀ ਸਪੀਡਿੰਗ ਦੀ ਟਿਕਟ ਨਹੀਂ ਮਿਲਣੀ ਤੇ ਕਿੰਨੀ ਗੱਡੀ ਭਜਾਈ ਦੀ, ਪੁਲਿਸ ਵਾਲਾ ਹੈਗਾ ਤੇ ਸਾਰੇ ਬ੍ਰੇਕਾਂ ਮਾਰ ਕੇ ਜਾਣਗੇ। ਇਹ ਖੌਫ ਦੀ ਗੱਲ ਆ। ਜਦੋਂ ਸਾਡੇ 'ਤੇ ਖੌਫ ਹੋਏਗਾ ਅਸੀਂ ਉਦੋਂ ਹੀ ਧਿਆਨ ਨਾਲ ਅਨੁਸ਼ਾਸਨ ਵਿੱਚ ਚੱਲਦੇ ਹਾਂ। ਇਸ ਕਰਕੇ ਸਤਿਗੁਰ ਦਾ ਖੌਫ ਸਦਾ ਹੀ ਆਪਣੇ ਮਨ ਵਿੱਚ ਬਣਾ ਕੇ ਰੱਖਿਆ ਜਾਵੇ, ਤਾਂ ਹੀ ਅਸੀਂ ਉਸ ਮਰਜ਼ਾਦਾ ਨੂੰ, ਉਸ ਇਕੱਲੇ ਸਟੈਪ ਨੂੰ ਫੋਲੋ ਕਰ ਸਕਦੇ ਹਾਂ। ਸਾਧ ਸੰਗਤ ਜੀ, ਭੋਜਨ ਛਕ ਲਿਆ, ਸੋਧ ਦਾ ਇਸ਼ਨਾਨ ਕਰ ਲਿਆ, ਸੋਧ ਦੇ ਬਸਤਰ ਹੀ ਹਮੇਸ਼ਾ ਧਾਰਨ ਰੱਖਣੇ ਨੇ, ਅਤੇ ਬਾਕੀ ਜਿਹੜੇ ਸਰੀਰ ਨੇ ਜਦੋਂ ਪਾਠ ਕਰਦੇ ਨੇ ਤੁਰੇ ਫਿਰਦੇ, ਜੋੜਾ ਪਾ ਕੇ ਪਾਠ ਨਾ ਕੀਤਾ ਜਾਵੇ। ਜਦੋਂ ਵੀ ਪਾਠ ਕਰਨਾ ਹੈ ਜੋੜੇ ਨੂੰ ਲਾ ਕੇ, ਪੈਰ ਧੋ ਕੇ, ਜੇ ਸੋਧ ਦੀਆਂ ਜਰਾਬਾਂ ਪਾਈਆਂ ਨੇ ਜੋੜਾ ਲਾ ਕੇ, ਜੇ ਕਾਟਨ ਦੀਆਂ ਜਰਾਬਾਂ ਨੇ ਜੋੜਾ ਲਾ ਕੇ, ਜਰਾਬਾਂ ਲਾ ਕੇ, ਪੈਰ ਧੋ ਕੇ ਫਿਰ ਪਾਠ ਕੀਤਾ ਜਾਵੇ। ਉਸ ਤਰ੍ਹਾਂ ਪਾਠ ਨਾ ਕੀਤਾ ਜਾਵੇ। ਇਹ ਮਰਜ਼ਾਦਾ ਹੈ। ਸੱਚ ਪਾਤਸ਼ਾਹ ਜੀ ਬੜੇ ਜ਼ੋਰ ਨਾਲ ਇਹਨਾਂ ਮਰਜ਼ਾਦਾਵਾਂ 'ਤੇ ਜ਼ੋਰ ਲਾਇਆ। ਅੱਜ ਕੱਲ੍ਹ ਸਤਿਗੁਰੂ ਜਗਜੀਤ ਸਿੰਘ ਜੀ ਦੇ ਸਮੇਂ ਵਿੱਚ, ਪੁਰਾਣੇ ਅੱਜ ਤੋਂ 50-60 ਸਾਲ ਪੁਰਾਣੀ ਗੱਲ ਕਰੀਏ, ਉਦੋਂ ਸਿਰਫ ਜੋੜੇ ਜਿਹੜੇ ਸਨ ਉਹ ਜੁੱਤੀਆਂ ਲੈਦਰ ਦੀਆਂ ਹੁੰਦੀਆਂ ਸਨ। ਸੱਚ ਪਾਤਸ਼ਾਹ ਜੀ ਹੁਕਮ ਕਰਦੇ ਸਨ, ਜਰਾਬਾਂ ਸੋਧ ਦੀਆਂ ਵੀ ਪਾਈਆਂ ਹੁੰਦੀਆਂ ਸਨ, ਪਰ ਫਿਰ ਵੀ ਕਈ ਵਾਰ ਸੱਚ ਭਾਵ ਕਰਨਾ ਵੀ ਨਹੀਂ, ਇਹ ਲੈਦਰ ਦੀਆਂ ਜੁੱਤੀਆਂ ਪਾਈਆਂ ਨੇ, ਫਿਰ ਵੀ ਪੈਰ ਧੋਣੇ ਨੇ। ਸਾਧ ਸੰਗਤ ਜੀ, ਅੱਜ ਕੱਲ੍ਹ ਤਾਂ ਇਹ ਇੰਤਜ਼ਾਮ ਹੀ ਬੜੇ ਵਧੀਆ ਹੋ ਗਏ ਨੇ ਕਿ ਅਸੀਂ ਕੱਪੜੇ ਦੇ ਸ਼ੂਜ਼ ਆ ਗਏ ਨੇ, ਸਾਨੂੰ ਲੈਦਰ ਦੇ ਸ਼ੂਜ਼ ਲੈਣ ਦੀ ਲੋੜ ਨਹੀਂ। ਲੈਦਰ ਦਾ ਪਰਹੇਜ਼ ਮੈਂ ਗੱਲ ਕਰ ਦੇਵਾਂ ਜ਼ਰੂਰ ਕੀਤਾ ਜਾਵੇ। ਕਈ ਵਾਰ ਅਸੀਂ ਜਦੋਂ ਗੱਡੀਆਂ ਵੀ ਬਾਏ ਕਰਦੇ ਹਾਂ, ਸ਼ਾਸਤਰਾਂ ਵਿੱਚ ਲਿਖਿਆ ਹੈ ਕਿ ਜਿਹੜਾ ਬੰਦਾ ਮਾਸ ਖਾਂਦਾ ਹੈ ਉਹਨੂੰ ਤਾਂ ਉਹਦਾ ਪਾਪ ਲੱਗਣਾ ਹੀ ਲੱਗਣਾ ਹੈ, ਪਰ ਮਾਸ ਖਾਣ ਵਾਲੇ ਬੰਦੇ ਤੱਕ ਉਸ ਮਾਸ ਖਾਣ ਵਾਲਾ ਭੋਜਨ ਜਿਹੜਾ ਹੈ, ਭੋਜਨ ਤਾਂ ਨਹੀਂ ਕਹਿ ਸਕਦੇ ਉਹਨੂੰ, ਖੈਰ ਉਹ ਜਿਹੜਾ ਮਾਸ ਆ ਉਹਦੇ ਤੱਕ ਪਹੁੰਚਾਉਣ ਵਾਲੇ ਰਸਤੇ ਵਿੱਚ ਜਿੰਨੇ ਵੀ ਬੰਦੇ ਨੇ, ਜਿੰਨੇ ਜਾਨਵਰ ਨੂੰ ਮਾਰਿਆ ਉਹਨੂੰ ਵੀ ਪਾਪ ਲੱਗਣਾ ਹੈ, ਜਿੰਨੇ ਉਸ ਤੋਂ ਬਾਅਦ ਉਹਨੂੰ ਕੱਟ ਕੇ ਦੁਕਾਨ 'ਤੇ ਵੇਚਿਆ ਉਹਨੂੰ ਵੀ ਪਾਪ ਲੱਗਣਾ ਹੈ, ਜਿੰਨੇ ਦੁਕਾਨ ਤੋਂ ਖਰੀਦ ਕੇ ਘਰੇ ਲਿਆਂਦਾ, ਸਿਰਫ ਘਰੇ ਲਿਆ ਕੇ ਫੜਾ ਹੀ ਦਿੱਤਾ, ਜਿਹਨੂੰ ਆਪਾਂ ਕਹਿੰਦੇ ਨਾ ਡਿਲੀਵਰੀ ਕਰ ਦਿੱਤੀ, ਉਹਨੂੰ ਵੀ ਪਾਪ ਲੱਗੇਗਾ। ਜਿੰਨੇ ਉਸ ਤੋਂ ਬਾਅਦ ਬਣਾਇਆ ਉਹਨੂੰ ਵੀ ਪਾਪ ਲੱਗੇਗਾ। ਜਿੰਨੇ ਫਿਰ ਉਸ ਤੋਂ ਬਾਅਦ ਉਹਨੂੰ ਥਾਲੀ ਵਿੱਚ ਕਿਸੇ ਚੀਜ਼ ਵਿੱਚ ਪਾ ਕੇ ਅਗਲੇ ਬੰਦੇ ਨੂੰ ਪਰੋਸਿਆ ਆ, ਸਰਵ ਕੀਤਾ ਆ, ਉਹਨੂੰ ਵੀ ਪਾਪ ਲੱਗੇਗਾ। ਜਿੰਨੇ ਖਾਧਾ ਉਹਨੂੰ ਤਾਂ ਲੱਗਣਾ ਹੀ ਲੱਗਣਾ। ਇਹ 7-8 ਬੰਦੇ ਹੁੰਦੇ ਨੇ ਰਸਤੇ ਵਿੱਚ। ਸ਼ਾਸਤਰ ਕਹਿੰਦੇ ਨੇ ਮਾਸ ਖਾਣ ਵੇਲੇ ਇਕੱਲਾ ਇਹ ਨਾ ਸੋਚਿਓ ਕਿ ਜਿੰਨੇ ਮਾਰਿਆ ਤੇ ਜਾਂ ਜਿੰਨੇ ਖਾਧਾ ਉਹਨੂੰ ਪਾਪ ਲੱਗੇਗਾ। ਜਿੰਨੇ ਇਹ ਸਾਰੇ ਕੁਝ ਨੂੰ ਇਹ ਜਿੰਨਾ ਵੀ ਕਰਮ ਕੀਤਾ ਹੈ, ਉਹ ਜਿੰਨੇ ਵੀ ਉਹਦੇ ਵਿੱਚ ਭਾਗੀਦਾਰ ਨੇ, ਸਾਰਿਆਂ ਨੂੰ ਪਾਪ ਲੱਗੇਗਾ। ਸਾਧ ਸੰਗਤ ਜੀ, ਜਦੋਂ ਅਸੀਂ ਗੱਡੀਆਂ ਬਾਏ ਕਰਦੇ ਹਾਂ ਲੈਦਰ ਦੀਆਂ ਸੀਟਾਂ ਵਾਲੀਆਂ, ਬਾਜ਼ਾਰ ਵਿੱਚ ਕੋਈ ਵੀ ਲੈਦਰ ਦਾ ਗਾਹਕ ਨਾ ਹੋਏਗਾ ਤੇ ਉਹ ਕਦੀ ਵੀ ਬਾਜ਼ਾਰ ਵਿੱਚ ਸੀਟ ਨਹੀਂ ਬਣੇਗੀ ਲੈਦਰ ਦੀ। ਉਹ ਕਦੀ ਵੀ ਜਾਨਵਰ ਨਹੀਂ ਮਾਰਨਗੇ। ਕਿਸੇ ਦਿਨ YouTube 'ਤੇ ਟਾਈਮ ਕੱਢ ਕੇ ਇਹ ਦੇਖਿਓ ਕਿ ਕਿਸ ਤਰ੍ਹਾਂ ਜਿਹੜੇ ਲੇਡੀਜ਼ ਅੱਜ ਕੱਲ੍ਹ ਪਰਸ ਪਾਉਂਦੇ ਨੇ, ਉਹ ਬੜੇ ਲੋਕਾਂ ਨੂੰ ਵਿਖਾ ਕੇ ਕਿ ਮੇਰਾ ਪਰਸ ਬਹੁਤ ਮਹਿੰਗਾ ਆ, $800 ਦਾ, $1000 ਦਾ ਪਰਸ ਪਾਉਣਾ ਹੈ, ਪਰ ਉਹ ਲੈਦਰ ਦੇ ਪਰਸ ਕਿਸ ਤਰ੍ਹਾਂ ਬਣਦੇ ਨੇ, ਉਹ ਕਿਸ ਤਰ੍ਹਾਂ ਮਾਸੂਮ ਜਿਹੜੇ ਜਾਨਵਰ ਨੇ ਉਹਨਾਂ ਨੂੰ ਬਚਪਨ ਵਿੱਚ ਹੀ ਉਹਨਾਂ ਨੂੰ ਪੈਦਾਵਾਰ ਕੀਤੀ ਜਾਂਦੀ ਹੈ ਕਿ ਸਿਰਫ ਲੈਦਰ ਦਾ ਕੰਮ ਕਰਨ ਵਾਸਤੇ ਉਹਨਾਂ ਨੂੰ ਕਿਸ ਤਰ੍ਹਾਂ ਤੜਫਾ ਕੇ ਮਾਰਿਆ ਜਾਂਦਾ ਹੈ। ਫਿਰ ਅਸੀਂ ਬਾਅਦ 'ਚ ਦੱਸਦੇ ਹਾਂ ਕਿ ਕਿੰਨਾ ਸੌਫਟ ਲੈਦਰ ਆ। ਜਿੰਨਾ ਸੌਫਟ ਹੋਏਗਾ ਉਨਾ ਜ਼ਿਆਦਾ ਉਸ ਜੀਵ ਨੂੰ ਤੜਫਾਇਆ ਜਾਂਦਾ ਹੈ, ਫਿਰ ਉਹ ਲੈਦਰ ਬਣ ਕੇ ਮਾਰਕੀਟ 'ਚ ਆਉਂਦਾ ਹੈ। ਕਿਰਪਾ ਕਰਕੇ ਇਹ ਸੱਚ ਪਾਤਸ਼ਾਹ ਦਾ ਹੁਕਮ ਹੈ, ਇਹਦਾ ਧਿਆਨ ਬਹੁਤ ਜ਼ੋਰ ਨਾਲ ਰੱਖਿਆ ਜਾਵੇ, ਕਿਸੇ ਕੋਲ ਵੀ ਲੈਦਰ ਦੀ ਗੱਡੀ ਨਾ ਹੋਵੇ। ਸਾਧ ਸੰਗਤ ਜੀ, ਮਨ ਬਣ ਜਾਵੇ ਤੇ ਸਾਰਾ ਕੁਝ ਹੋ ਸਕਦਾ ਹੈ। ਅਸੀਂ ਇੱਥੇ ਗੱਡੀ ਬਾਏ ਕਰਨੀ ਸੀਗੀ, ਸੋਚਿਆ ਕਿ ਮੈਨੂੰ ਸੁਪਨਾ ਆਇਆ ਸਤਿਗੁਰੂ ਦੇ ਸਿੰਘ ਦਾ। ਜਦੋਂ ਪਹਿਲੀ ਵਾਰੀ ਦੌਰਾ ਸੀ ਸ਼ਾਇਦ, ਜਾਂ ਦੂਸਰਾ ਦੌਰਾ ਸੀ, ਮੈਂ ਸੁੱਤਾ ਪਿਆ ਟਰੱਕ ਵਿੱਚ ਚਲਾਉਂਦਾ ਸੀ, ਉਦੋਂ ਮੈਂ ਟਰੱਕ 'ਚ ਮੈਨੂੰ ਸੁਪਨਾ ਆਇਆ। ਸੁਪਨੇ 'ਚ ਮੈਨੂੰ ਸੱਚਪਾਤ ਦਰਸ਼ਨ ਦੇ ਕੇ ਹੁਕਮ ਕੀਤਾ, ਸੱਚਪਾਤ ਕੀਤਾ, ਮੈਂ ਆਉਣਾ ਹੈ, ਮੇਰੇ ਵਾਸਤੇ ਨੌਨ ਲੈਦਰ ਗੱਡੀ ਦਾ ਇੰਤਜ਼ਾਮ ਕਰੀ, ਮੇਰੇ ਵਾਸਤੇ ਲੈਦਰ ਵਾਲੀ ਗੱਡੀ ਦਾ ਇੰਤਜ਼ਾਮ ਨਹੀਂ ਕਰਨਾ। ਮੈਂ ਉਸੇ ਵੇਲੇ ਮੈਨੂੰ ਜਾਗ ਆ ਗਈ, ਮੈਂ ਮੈਸੇਜ ਉਹ ਲਿਖ ਕੇ ਰੱਖ ਲਿਆ, ਟਾਈਮ ਡੇਟ ਮੇਰੇ ਕੋਲ ਲਿਖੀ ਹੋਏਗੀ ਕਿਤੇ, ਵੀ ਉਹ ਕਿਹੜੇ ਦਿਨ ਕਿੰਨੇ ਵਜੇ ਮੈਨੂੰ ਸੁਪਨਾ ਆਇਆ ਸੀ। ਅਤੇ ਅਸੀਂ ਸੋਚਿਆ ਵੀ ਸੱਚ ਪਾਤਸ਼ਾਹ ਜੀ ਵਾਸਤੇ ਗੱਡੀ ਲੈ ਕੇ ਆਈਏ। BMW ਗੱਡੀ ਲੈਣ ਚਲੇ ਗਏ। X7 ਆਈ ਸੀ ਨਵੀਂ।
ਅਸੀਂ ਬੜੀ ਕੋਸ਼ਿਸ਼ ਕੀਤੀ, ਡੀਲਰ ਨਾ ਮੰਨਿਆ। ਅਸੀਂ ਉਹਨੂੰ ਕਿਹਾ ਵੀ ਗੱਡੀ ਅਸੀਂ ਲੈਣੀ ਤਾਂ ਜੇ ਨੌਨ ਲੈਦਰ ਮਿਲੇਗੀ। ਕਿਸੇ ਵੀ ਡੀਲਰ ਤੋਂ ਗੱਡੀ ਨਹੀਂ ਮਿਲੀ। ਸੱਚ ਪਾਤਸ਼ਾਹ ਜੀ ਕਿਰਪਾ ਕੀਤੀ, ਜਦੋਂ ਮਨ ਬਣਾ ਲਿਆ ਕਿ ਗੱਡੀ ਲੈਣੀ ਹੋਈ ਤਾਂ ਜੇ ਨੌਨ ਲੈਦਰ ਮਿਲੇਗੀ, ਨਹੀਂ ਤਾਂ ਨਹੀਂ ਲੈਣੀ। ਉਹ ਡੀਲਰ ਕਹਿੰਦਾ ਮੇਰੇ ਕੋਲ ਇੱਕ ਇੰਪਲਾਈ ਹੈ 35 ਸਾਲ ਪੁਰਾਣਾ, ਮੇਰੇ ਨਾਲ ਵਰਕਰ ਆ, ਤੇ ਉਹਦੀ ਅੰਦਰ ਹੈੱਡਕੁਆਟਰ ਵਿੱਚ ਗੱਲਬਾਤ ਹੈਗੀ ਹੈ। ਉਹਨੇ ਫਿਰ ਰਿਕੁਐਸਟ ਕੀਤੀ, ਉਹਦੀ ਰਿਕੁਐਸਟ ਉਹਨਾਂ ਨੇ ਮਨਜ਼ੂਰ ਕਰ ਲਈ ਅਤੇ ਸਾਨੂੰ ਨੌਨ ਲੈਦਰ ਗੱਡੀ ਮਿਲ ਗਈ। ਕਿਸੇ ਹੋਰ ਡੀਲਰ ਨੂੰ ਪੁੱਛੇ, ਉਹ ਕਹਿੰਦਾ ਵੀ X7 ਵਿੱਚ ਤੁਹਾਨੂੰ ਨੌਨ ਲੈਦਰ ਮਿਲ ਹੀ ਨਹੀਂ ਸਕਦੀ। ਪਰ ਸੱਚ ਪਾਤਸ਼ਾਹ ਜੀ ਦਾ ਜਦੋਂ ਮਨ ਬਣਾ ਲਿਆ ਨਾ, ਉਹ ਹਾਈ ਲਾਈਨ ਗੱਡੀ ਹੈ, ਬਹੁਤ ਮਹਿੰਗੀ ਹੈ, ਇਸ ਕਰਕੇ ਨਹੀਂ ਉਹ ਦਿੰਦੇ ਗੱਡੀ। ਪਰ ਜਦੋਂ ਮਨ ਬਣਾ ਲਿਆ, ਇਹੀ ਸੋਚ ਲਿਆ ਵੀ ਲੈਦਰ ਤੋਂ ਬਿਨਾਂ ਮਿਲੇਗੀ ਤੇ ਲੈਣੀ ਹੈ, ਸੱਚ ਪਾਤਸ਼ਾਹ ਹੀ ਸਾਧਨ ਬਣਾ ਦਿੱਤੇ। ਅਸੀਂ ਤੁਰਦੇ ਹੀ ਨਹੀਂ, ਅਸੀਂ ਘਰੋਂ ਤੁਰੇ ਗੱਡੀ ਲੈਣ ਜਾਣਾ, ਅਸੀਂ ਸ਼ਾਮ ਨੂੰ ਗੱਡੀ ਲੈ ਕੇ ਵਾਪਸ ਆਉਣਾ ਹੈ। ਜਦੋਂ ਇਹ ਭਾਵਨਾ ਹੋਏਗੀ ਫਿਰ ਤਾਂ ਜਿਹੜੀ ਬਾਜ਼ਾਰ 'ਚ ਖੜੀ ਉਹੀ ਲੈਣੀ ਪੈਣੀ ਹੈ। ਸਾਨੂੰ 2-2 ਮਹੀਨੇ 3-3 ਮਹੀਨੇ 6-6 ਮਹੀਨੇ ਵੀ ਵੇਟ ਕਰਨੀ ਪੈ ਸਕਦੀ ਹੈ। ਪਰ ਸਾਧ ਸੰਗਤ ਜੀ ਇਹ ਕਰਨੀ ਚਾਹੀਦੀ ਹੈ। ਇਹੀ ਤੇ ਹੁਕਮ ਨੇ। ਅਸੀਂ ਉਂਝ ਤੇ ਲੈਦਰ ਅਸੀਂ ਮਾਸ ਨਹੀਂ ਵਰਤਣਾ, ਇਹ ਪਰਹੇਜ਼ ਰੱਖ ਲਿਆ, ਪਰ ਜਿਹੜਾ ਅਸੀਂ ਉਹ ਲੈਦਰ ਦੇ ਉੱਤੇ ਰੋਜ਼ ਬੈਠਣਾ ਆ, ਉਹਦਾ ਪਾਪ ਦੇ ਭਾਗੀਦਾਰ ਅਸੀਂ ਬਣਦੇ ਹਾਂ। ਕਿਉਂ ਬਣਦੇ ਹਾਂ? ਇਹਨਾਂ ਗੱਲਾਂ ਦਾ ਧਿਆਨ ਰੱਖਣਾ ਹੈ। ਇਹ ਨਿੱਕੀਆਂ ਨਿੱਕੀਆਂ ਚੀਜ਼ਾਂ ਨੇ, ਪਰ ਅੱਜ ਕੱਲ੍ਹ ਇਹਨਾਂ 'ਤੇ ਧਿਆਨ ਦੇਣਾ ਛੱਡਿਆ ਹੋਇਆ ਹੈ। ਸਾਡੀ ਯੰਗ ਜਨਰੇਸ਼ਨ ਜਿਹੜੀ ਹੈ ਉਹ ਇਹਨਾਂ ਗੱਲਾਂ ਦਾ ਧਿਆਨ ਨਹੀਂ ਦਿੰਦੀ। ਕਿਉਂ ਨਹੀਂ ਦਿੰਦੀ? ਜਦੋਂ ਉਹਨਾਂ ਨੂੰ ਦੱਸਾਂਗੇ ਨਹੀਂ ਤਾਂ ਨਹੀਂ ਧਿਆਨ ਦੇਗੀ। ਜਦੋਂ ਦੱਸਾਂਗੇ, ਇਹਦੇ ਵਿੱਚ ਆਮ ਤੌਰ 'ਤੇ ਕੀ ਆਖਿਆ ਜਾਂਦਾ, ਸਾਡਾ ਮਨ ਸਾਫ਼ ਹੈ ਜੀ, ਇਹਦੇ ਲੈਦਰ ਨਾਲ ਕੋਈ ਫਰਕ ਨਹੀਂ ਪੈਂਦਾ। ਸਾਧ ਸੰਗਤ ਜੀ, ਜੇ ਮਨ ਸਾਫ਼ ਹੋਇਆ ਤਾਂ ਇੰਨੇ ਸਵਾਲ ਹੀ ਨਹੀਂ ਉੱਠਣੇ। ਜਦੋਂ ਮਨ ਸਾਫ਼ ਹੋ ਗਿਆ ਤਾਂ ਇਹ ਲੈਦਰ ਨੌਨ ਲੈਦਰ ਜਿਹੜਾ ਹੁਕਮ ਹੈ ਉਹ ਆਪਣੇ ਆਪ ਮੰਨਿਆ ਜਾਣਾ ਹੈ, ਉੱਧਰ ਨੂੰ ਜਾਇਆ ਹੀ ਨਹੀਂ ਜਾਣਾ ਸਾਡੇ ਤੋਂ। ਸੱਚ ਪਾਤਸ਼ਾਹ ਜੀ ਕਿਰਪਾ ਕਰਨ, ਇਹ ਹੁਕਮ ਜਿਹੜੇ ਨੇ ਇਹਨਾਂ ਨੂੰ ਮੰਨ ਕੇ ਅਸੀਂ ਆਪਣੇ ਜੀਵਨ ਨੂੰ ਬਤੀਤ ਕਰੀਏ। ਜਿਹੜਾ ਸੋਧੀ ਸਰੀਰ ਆ ਉਹਦੇ ਵਾਸਤੇ ਬਹੁਤ ਜ਼ਰੂਰੀ ਹੈ ਕਿ ਜਦੋਂ ਉਹਨੂੰ ਦਿਨ 'ਚ 2 ਵਾਰੀ 3 ਵਾਰੀ, ਮੈਂ ਸੱਚ ਪਾਤਸ਼ਾਹ ਜੀ ਦੇ ਕੋਲ ਦੇਖਿਆ ਇੱਕ ਦਿਨ, ਚਾਚਾ ਦੀ ਡਾਇਰੀ ਪੜ੍ਹਦਿਆਂ ਪਿਆ ਸੀ, ਉਹ 'ਚ ਲਿਖਿਆ ਉਹਨਾਂ ਨੇ, ਰਿਸ਼ਪਾਲ ਸਿੰਘ ਜੀ ਸੇਵਕ, ਉਹਨਾਂ ਦੀ ਡਾਇਰੀ 'ਚ ਲਿਖਿਆ 8-8 ਵਾਰੀ ਸੱਚ ਪਾਤਸ਼ਾਹ ਜੀ ਇੱਕ ਦਿਨ 'ਚ ਇਸ਼ਨਾਨ ਕੀਤਾ ਹੈ। ਕਿਸੇ ਦਾ ਹੱਥ ਲੱਗ ਗਿਆ ਫਿਰ ਇਸ਼ਨਾਨ ਕਰ ਲਿਆ। ਸੱਚ ਪਾਤਸ਼ਾਹ ਜੀ ਰਾਤ ਨੂੰ ਬਰਾਜਣ ਲੱਗੇ ਨੇ, ਕਈ ਵਾਰ ਜਾ ਹੋਈ ਬਰਾਜਣਾ ਹੈ, ਨੀਂਦ ਨਹੀਂ ਆ ਰਹੀ, ਫਿਰ ਇਸ਼ਨਾਨ ਕਰ ਲਿਆ। ਸੱਚ ਪਾਤਸ਼ਾਹ ਜੀ ਇੱਕ ਸਾਡੇ ਵਾਸਤੇ ਐਗਜ਼ੈਂਪਲ ਸੈੱਟ ਕੀਤੇ ਨੇ ਕਿ ਜੇ ਇੰਨੀ ਵਾਰੀ ਵੀ ਨਹਾਉਣਾ ਪਵੇ ਨਾ ਸੋਧੀ ਨੂੰ, ਉਹਨੂੰ ਤਾਂ ਵੀ ਨਹੀਂ ਸੋਚਣਾ ਚਾਹੀਦਾ ਮਨ ਵਿੱਚ ਕਿ ਮੈਨੂੰ ਯਾਰ ਇੰਨੀ ਵਾਰੀ ਨਹਾਉਣਾ ਪੈ ਰਿਹਾ, ਮੇਰੇ ਕੱਪੜੇ ਗਿੱਲੇ ਨੇ, ਮੇਰਾ ਇੰਨਾ ਕੁਝ ਨਹੀਂ। ਇੱਕ ਦੂਸਰੀ ਗੱਲ ਇਹ ਹੈ ਵੀ ਅਸੀਂ ਕੇਸਾਂ ਵਿੱਚ ਕਈ ਵਾਰ ਕੀ ਕਰਦੇ ਹਾਂ ਵੀ ਪਾਣੀ ਪਾ ਲੈਂਦੇ ਹਾਂ ਪਰ ਘੱਟ ਪਾਉਂਦੇ ਹਾਂ। ਕਿਰਪਾ ਕਰਕੇ ਇਸ ਤਰ੍ਹਾਂ ਨਾ ਕੀਤਾ ਜਾਵੇ। ਮੈਂ ਸੱਚ ਪਾਤਸ਼ਾਹ ਜੀ ਦੇ ਕੋਲ ਨਾ ਸਵੇਰੇ ਜਾਂਦਾ ਹੁੰਦਾ ਸੀਗਾ 4 ਵਜੇ। ਮੈਂ 4 ਵਜੇ ਜਾਣਾ ਸੱਚ ਪਾਤਸ਼ਾਹ ਦੇ ਕਮਰੇ 'ਚ, ਸੱਚ ਪਾਤਸ਼ਾਹ ਦੇ ਕਮਰੇ 'ਚ ਜਾਣਾ, ਅਤੇ ਸੱਚ ਪਾਤਸ਼ਾਹ ਦਾ ਹੁਕਮ ਇਹ ਸੀਗਾ ਕਿ ਜਿੰਨੇ ਵੀ ਮੇਰੇ ਕੋਲ ਕਮਰੇ 'ਚ ਆਉਣਾ ਹੈ ਉਹ ਸਵੇਰੇ ਕੇਸ ਸੁਕਾ ਕੇ ਦਸਤਾਰ ਸਜਾ ਕੇ ਫੇਰ ਆਵੇ, ਨਾ ਕਿ ਕੇਸ ਗਿੱਲੇ ਹੋਣ 'ਤੇ ਪਿੱਛੇ ਸੁੱਟ ਕੇ ਉੱਪਰ ਰੁਮਾਲੀ ਬੰਨ੍ਹ ਕੇ ਆ ਜਾਏ। ਨੰਗੇ ਸਿਰ ਇਸ ਤਰ੍ਹਾਂ ਖੁੱਲ੍ਹੇ ਵਾਲਾਂ ਨਾਲ ਸੱਚ ਪਾਤਸ਼ਾਹ ਜੀ ਕਮਰੇ 'ਚ ਨਹੀਂ ਸੁਣਾਉਣ ਦਿੰਦੇ। ਇੱਕ ਦਿਨ ਰੁਕਿਆ, ਸੱਚ ਭਾਵਨ ਕੀਤਾ, ਮੇਰੀ ਡਰਾਇਰ ਲੈ ਕੇ ਜਾ, ਇਹਦੇ ਨਾਲ ਹੀ ਵਾਲ ਸੁਕਾ। ਖੈਰ ਸ਼ਾਮ ਨੂੰ ਉਸੇ ਦਿਨ ਜਦੋਂ ਮੈਂ ਫੇਰ ਬੈਠਾ ਸੱਚ ਪਾਤਸ਼ਾਹ ਜੀ ਕੋਲ, ਅਤੇ ਸੱਚ ਪਾਤਸ਼ਾਹ ਜੀ ਬਰਾਜਣ ਲੱਗੇ, ਮੈਨੂੰ ਬਚਨ ਸੁਣਾਇਆ। ਸੱਚ ਪਾਤਸ਼ਾਹ ਜੀ ਹੁਕਮ ਕੀਤਾ ਕਿ ਅੱਜ ਕੱਲ੍ਹ ਲੋਕ ਪਤਾ ਨਹੀਂ ਕਿਉਂ ਨਹੀਂ ਧਿਆਨ ਦਿੰਦੇ ਇਹਨਾਂ ਗੱਲਾਂ ਦਾ। ਅੱਜ ਕੱਲ੍ਹ ਤਾਂ ਹੇਅਰ ਡਰਾਇਰ ਮਸ਼ੀਨ ਆ ਗਈ ਹੈ, ਵਾਲ ਸੁਕਾਉਣ ਵਾਲੀ ਮਸ਼ੀਨ ਆ ਗਈ ਹੈ, ਕਿੰਨਾ ਸੌਖਾ ਹੋ ਗਿਆ ਵਾਲ ਸੁਕਾਉਣਾ। ਸੱਚ ਪਾਤਸ਼ਾਹ ਜੀ ਹੁਕਮ ਕੀਤਾ ਕਿ ਜਦੋਂ ਮੈਂ ਪੁਰਾਣੇ ਸਮੇਂ ਦੀ ਗੱਲ ਕਰਦਾ, ਜਦੋਂ ਮਸ਼ੀਨਾਂ ਨਹੀਂ ਸੀ, ਇੰਤਜ਼ਾਮ ਨਹੀਂ ਸੀ, ਸੱਚ ਪਾਤਸ਼ਾਹ ਜੀ ਹੁਕਮ ਕੀਤਾ, ਮੇਰੇ ਕੇਸ ਬਹੁਤ ਲੰਮੇ ਸਨ। ਸੱਚ ਪਾਤਸ਼ਾਹ ਦੇ ਕੇਸ ਗੋਡਿਆਂ ਤੱਕ ਲੰਮੇ ਸਨ। ਮੈਨੂੰ ਆਪ ਦੱਸਿਆ ਸੱਚ ਪਾਤਸ਼ਾਹ ਕਹਿੰਦਾ ਮੇਰੇ ਕੇਸ ਲੰਮੇ ਸਨ, ਭਾਰੇ ਸਨ, ਪਰ ਕੇਸਾਂ 'ਚ ਪਾਣੀ ਵੀ ਪਾਉਣਾ ਹੈ। ਜਦੋਂ ਕੇਸਾਂ 'ਚ ਪਾਣੀ ਪਾ ਲਿਆ ਅਤੇ ਫਿਰ ਸੁਕਾਉਣ ਦਾ ਟਾਈਮ ਨਹੀਂ ਸੀ ਹੁੰਦਾ, ਕਿਉਂਕਿ ਉਦੋਂ ਇੰਨੇ ਇੰਤਜ਼ਾਮ ਵੀ ਨਹੀਂ ਸਨ, ਅਤੇ ਸੱਚ ਭਾਵ ਦਾ ਸਕੈਜੂਲ ਬੜਾ ਬਿਜ਼ੀ ਹੁੰਦਾ ਸੀ ਸਾਡਾ ਕਿ ਭੱਜ ਕੇ ਇੱਧਰ ਜਾਣਾ ਹੈ। ਸੱਚ ਭਾਵ ਦਾ ਫਿਰ ਮੈਂ ਕੀ ਕਰਨਾ, ਮੈਂ ਕੇਸ ਜਿਹੜੇ ਸਨ ਉਹ ਗਿੱਲੇ ਹੀ ਬੰਨ੍ਹ ਲੈਣੇ। ਗਿੱਲੇ ਕਿਵੇਂ ਬੰਨ੍ਹ ਲੈਣੇ? ਸੱਚ ਪਾਤਸ਼ਾਹ ਜੀ ਹੁਕਮ ਕੀਤਾ, ਮੈਂ ਟਾਈਟ ਜੂੜਾ ਨਹੀਂ ਸੀ ਕਰਦਾ, ਜਿਵੇਂ ਜਲੇਬੀ ਹੁੰਦੀ ਨਾ ਪਤਲੀ ਜੀ। ਸੱਚ ਭਾਵ ਦਾ ਮੈਂ ਵੈਸੇ ਹੀ ਪੋਲੇ ਸੌਫਟ ਵਲ ਮਾਰ ਕੇ ਵੈਸੇ ਹੀ ਕੇਸ ਇਕੱਠੇ ਕਰਕੇ ਰੱਖ ਦੇਣੇ, ਜੂੜਾ ਨਾ ਕਰਨਾ, ਉੱਪਰ ਦਸਤਾਰ ਸਜਾ ਲੈਣੀ। ਸੱਚ ਪਾਤਸ਼ਾਹ ਜੀ ਹੁਕਮ ਕੀਤਾ, ਮੈਂ ਦਿਨ 'ਚ 3 ਵਾਰੀ ਕੇਸਾਂ ਨੂੰ ਫਿਰ ਖੋਲ੍ਹ ਕੇ 5 ਮਿੰਟ ਟਾਈਮ ਹੋਣਾ, ਉਹ ਕੇਸਾਂ ਨੂੰ ਹਵਾ ਲਵਾ ਕੇ ਫਿਰ ਦੁਬਾਰਾ ਉਵੇਂ ਗਿੱਲੇ ਉਵੇਂ ਸੌਫਟ ਰੱਖ ਲੈਣੇ। ਦਿਨ 'ਚ 3 ਵਾਰੀ ਇਸ ਤਰ੍ਹਾਂ ਕਰਨਾ। ਕੇਸ ਤੇ ਸੁੱਕੇ ਨਾ ਸੁੱਕੇ, ਪਰ ਉਹ 'ਚੋਂ ਸਮੈਲ ਨਹੀਂ ਸੀ ਆਉਂਦੀ। ਗਿੱਲੇ ਕੇਸ ਬੰਨਾਂਗੇ ਸਮੈਲ ਆਉਣ ਲੱਗ ਜਾਏਗੀ। ਸੱਚ ਪਾਤਸ਼ਾਹ ਜੀ ਦਿਨ 'ਚ 3-3 ਵਾਰੀ ਦਸਤਾਰ ਸਜਾਉਂਦੇ ਸਨ। ਇਸ ਤਰ੍ਹਾਂ ਕਰਕੇ ਉਹ ਸਾਡੇ ਵਾਸਤੇ ਪੂਰਨੇ ਪਾਉਂਦੇ ਨੇ, ਸਾਨੂੰ ਦੱਸਦੇ ਨੇ ਕਿ ਅਸੀਂ ਇੰਨੇ ਔਖੇ ਟਾਈਮਾਂ 'ਚ ਮਰਜ਼ਾਦਾ ਰੱਖੀ। ਅੱਜ ਕੱਲ੍ਹ ਤਾਂ ਸਾਧਨ ਹੀ ਬੜੇ ਵਧੀਆ ਆ ਗਏ ਨੇ,
5 ਮਿੰਟ ਲੱਗਦੇ ਨੇ ਘੜੀ ਤੋਂ ਵੇਖ ਕੇ, ਕੇਸ ਜਿਹੜੇ ਨੇ ਸਿਖਾਏ ਜਾਂਦੇ ਨੇ, ਉਸੇ ਵੇਲੇ ਤੁਸੀਂ ਜੂੜਾ ਕਰ ਲਵੋ, ਦਸਤਾਰ ਸਜਾ ਲਵੋ, ਦੁਬਾਰਾ ਲੋੜ ਹੀ ਨਹੀਂ ਦੁਬਾਰਾ ਦਸਤਾਰ ਲਾ ਕੇ ਕੇਸ ਸਿਖਾਉਣ ਦੀ। ਇਹ ਨਿੱਕੀਆਂ ਨਿੱਕੀਆਂ ਚੀਜ਼ਾਂ ਨੇ, ਪਰ ਇਹ ਚਾਹੇ ਕਿਸੇ ਨੇ ਸੋਧ ਰੱਖਣੀ ਹੈ ਚਾਹੇ ਨਹੀਂ ਰੱਖਣੀ, ਪਰ ਇਹ ਜਿਹੜੀਆਂ ਮਰਜ਼ਾਦਾਵਾਂ ਨੇ ਇਹ ਸਾਰੇ ਸਿੱਖਾਂ ਲਈ ਜ਼ਰੂਰੀ ਨੇ। ਇਹਨਾਂ ਗੱਲਾਂ ਦਾ ਅੱਜ ਧਿਆਨ ਅਸੀਂ ਰੱਖਾਂਗੇ, ਬੱਚਿਆਂ ਨੂੰ ਕਰਕੇ ਵਿਖਾਵਾਂਗੇ। ਮੈਨੂੰ ਯਾਦ ਆ ਕਿ ਮੈਂ ਦਿੱਲੀ ਪੜ੍ਹਦਾ ਹੁੰਦਾ ਸੀ ਸ਼ਹੀਦ ਬਿਸ਼ਨ ਸਿੰਘ ਸਕੂਲ 'ਚ, ਮੈਮੋਰੀਅਲ ਸਕੂਲ। ਮੈਂ 6-7 ਮਹੀਨੇ ਪੜ੍ਹਿਆ ਉੱਥੇ। ਇੱਕ ਸਰੀਰ ਆਇਆ ਪਿਤਾ ਜੀ ਕੋਲ, ਮੈਂ ਕੋਲ ਖੜਾ ਸੀ। ਉਹ ਕਹਿੰਦਾ ਮੇਰਾ ਮੁੰਡਾ 10ਵੀਂ 'ਚ ਪੜ੍ਹਦਾ ਅਤੇ ਮੈਂ ਦਾੜੀ ਬੰਨ੍ਹਦਾ, ਅਤੇ ਸੱਚ ਪਾਤਸ਼ਾਹ ਜੀ ਦੇ ਉਪਦੇਸ਼ ਵਿੱਚ ਆਉਂਦਾ ਕਿ ਦਾੜੀ ਨਹੀਂ ਬੰਨਣੀ। ਉਹ ਕਹਿੰਦਾ ਮੈਂ ਸੋਚਿਆ ਕਿ ਆਪਣੇ ਮੁੰਡੇ ਨੂੰ ਮੈਂ ਕਿਸ ਤਰ੍ਹਾਂ ਰੋਕਾਂ ਵੀ ਦਾੜੀ ਨਹੀਂ ਬੰਨਣੀ। ਨਾਲ ਬਚਨ ਆਉਂਦਾ ਨਾ ਵੀ ਜਿਹੜੇ ਕੰਮ ਮੰਨ ਲਓ ਅਸੀਂ ਨਹੀਂ ਕੀਤੇ ਅਤੇ ਪਰ ਬੱਚਿਆਂ ਨੂੰ ਸਿੱਖੀ ਵਿੱਚ ਲੈ ਜਾਈਏ। ਉਹ ਕਹਿੰਦਾ ਮੈਂ ਸੋਚਿਆ ਵੀ ਮੈਂ ਮੁੰਡੇ ਨੂੰ ਜੇ ਆਖਿਆ ਤਾਂ ਇਹਨੇ ਮੰਨਣਾ ਨਹੀਂ, ਅਤੇ ਉਹਨੇ ਕਿਹਾ ਵੀ ਪਹਿਲਾਂ ਮੈਂ ਆਪਣੀ ਦਾੜੀ ਖੋਲ੍ਹੀ। ਪਿਤਾ ਕਹਿੰਦਾ ਮੈਂ ਆਪਣੀ ਦਾੜੀ ਖੋਲ੍ਹੀ ਅਤੇ ਫਿਰ ਆਪਣੇ ਮੁੰਡੇ ਨੂੰ ਆਖਿਆ ਵੀ ਆਪਾਂ ਦਾੜੀ ਖੋਲ੍ਹ ਕੇ ਰੱਖੀਏ, ਬੰਨਣੀ ਨਹੀਂ। ਕਹਿੰਦਾ ਹੁਣ ਉਹ ਵੀ ਮੰਨ ਗਿਆ। ਪਰ ਇਹ ਪਹਿਲਾਂ ਪਿਤਾ ਨੇ ਕਰਕੇ ਵਿਖਾਇਆ, ਫਿਰ ਉਸ ਤੋਂ ਬਾਅਦ ਬੱਚੇ ਨੇ ਮੰਨਿਆ। ਹੁਣ ਪਿਤਾ ਤੇ ਆਖੇ ਵੀ ਮੈਂ ਤਾਂ ਦਾੜੀ ਬੰਨ੍ਹ ਕੇ ਰੱਖਾਂਗਾ ਪਰ ਤੈਨੂੰ ਖੋਲ੍ਹਣੀ ਪਏਗੀ। ਸਾਧ ਸੰਗਤ ਜੀ ਉਹ ਨਹੀਂ ਹੋ ਸਕਦਾ। ਇਹ ਪੂਰਨੇ ਮਾਤਾ ਪਿਤਾ ਨੂੰ ਪਾਉਣੇ ਪੈਣੇ ਨੇ। ਉਸ ਤੋਂ ਬਾਅਦ ਬੱਚਿਆਂ ਨੇ ਮਾਤਾ ਪਿਤਾ ਦੇ ਪਦ ਚਿੰਨ੍ਹਾਂ 'ਤੇ ਚੱਲ ਕੇ ਉਹ ਸਿੱਖੀ ਨੂੰ ਧਾਰਨ ਕਰਨਾ ਹੈ। ਸਿੱਖੀ ਵਿੱਚ ਗਿਰਾਵਟ ਆ ਜਾਂਦੀ ਹੈ। ਗਿਰਾਵਟ ਕਿਉਂ ਆ ਜਾਂਦੀ ਹੈ? ਹੁਕਮ ਨੇ, ਸਪੋਜ਼ ਕਰ ਲਓ ਹੁਕਮ ਨੇ 10 ਕਿ 10 ਹੁਕਮ ਮਰਜ਼ਾਦਾ ਦੇ ਨੇ, ਇਹ ਅਸੀਂ ਮੰਨਣੇ ਹੀ ਮੰਨਣੇ ਨੇ। ਇੱਕ ਬੰਦੇ ਨੇ ਸੋਚਿਆ ਵੀ 10 ਚੋਂ ਮੈਂ 9 ਮੰਨ ਲੈਣਾ, ਇੱਕ ਮੇਰੇ ਤੋਂ ਨਹੀਂ ਮੰਨਿਆ ਜਾਂਦਾ, ਕੋਈ ਗੱਲ ਨਹੀਂ, ਚਲੋ 9 ਤਾਂ ਮੈਂ ਮੰਨ ਲਾਂ। ਜਦੋਂ ਉਹਨੇ ਆਪਣੇ ਬੱਚਿਆਂ ਨੂੰ ਸਿਖਾਉਣੇ ਨੇ, ਉਹਨੇ 9 ਹੀ ਸਿਖਾਉਣੇ ਨੇ। ਜਿਹੜਾ ਉਹਨੇ ਛੱਡਤਾ ਉਹ ਕਿਵੇਂ ਸਿਖਾਏਗਾ ਜਦੋਂ ਆਪ ਤੇ ਉਹਦੇ ਮਨ 'ਚ ਉਹ ਬੈਠਿਆ ਨਹੀਂ ਹੁਕਮ। ਉਹ 9 ਸਿਖਾਏ ਉਹਨੇ ਆਪਣੇ ਬੱਚੇ ਨੂੰ। ਉਹ 9ਵਾਂ ਦੇ ਵਿੱਚੋਂ ਉਹਦੇ ਬੱਚੇ ਨੇ ਸੋਚਿਆ ਮੈਨੂੰ ਆਹ ਔਖਾ ਲੱਗਦਾ, ਮੈਂ ਛੱਡ ਦਿੰਦਾ। ਉਹਨੇ 8 ਕਰ ਲਏ। ਇਹ 2-3 ਜਨਰੇਸ਼ਨਾਂ ਬਾਅਦ ਜਿਹੜੀ ਸਿੱਖੀ ਉਹ ਘਟਦੀ ਇਸ ਤਰ੍ਹਾਂ ਖਤਮ ਹੁੰਦੀ ਹੈ। ਸਾਡਾ ਫਰਜ਼ ਬਣਦਾ ਹੈ ਜੇ ਅਸੀਂ ਆਪਣੀ ਸਿੱਖੀ ਨੂੰ ਕਾਇਮ ਰੱਖਣਾ ਹੈ। ਅੱਜ ਪੰਜਾਬ ਦਾ ਇਹ ਹਾਲ ਆ, ਅਸੀਂ ਸਾਰੇ ਸਿੱਖ, ਸਾਡਾ ਦੂਸਰਾ ਭਾਈਚਾਰਾ ਵੀ ਸਿੱਖਾਂ ਦਾ, ਇੱਕ ਬੜੀ ਨਮੋਸ਼ੀ ਵਾਲੀ ਗੱਲ ਹੈ ਕਿ 70% ਪੰਜਾਬ ਵਿੱਚ ਬੱਚਿਆਂ ਨੇ ਸਿਰ ਮਣਾ ਦਿੱਤੇ ਨੇ। ਮੈਂ ਇੱਕ ਦਿਨ ਖਬਰ ਪੜ੍ਹਦਾ ਪਿਆ ਸੀ ਕਿ ਨੇਪਾਲ ਦੇ ਵਿੱਚ ਇੱਕ ਪਿੰਡ ਆ, ਉਸ ਪਿੰਡ ਵਿੱਚ ਨਾਈਆਂ ਦੀ ਦੁਕਾਨ ਨਹੀਂ ਹੈਗੀ, ਭਾਵ ਬਾਰਬਰ ਸ਼ਾਪ ਨਹੀਂ ਹੈਗੀ। ਉੱਥੇ ਗੁਰੂ ਨਾਨਕ ਦੇਵ ਜੀ ਦਰਸ਼ਨ ਦਿੱਤੇ ਸੀ। ਉਸ ਤੋਂ ਬਾਅਦ ਕਦੀ ਵੀ ਕੋਈ ਗੁਰੂ ਸਾਹਿਬ ਨਹੀਂ ਗਏ ਉੱਥੇ। ਉਹ ਗੁਰੂ ਨਾਨਕ ਦੇਵ ਜੀ ਜਾ ਕੇ ਉਹਨਾਂ ਨੂੰ ਸਿੱਖੀ ਧਾਰਨ ਕਰਾਈ। ਉਸ ਤੋਂ ਬਾਅਦ ਉਹਨਾਂ ਨੇ ਵਾਲ ਕੱਟਣੇ ਬੰਦ ਕੀਤੇ। ਅੱਜ ਤੱਕ ਉਹਨਾਂ ਨੇ ਉਸ ਪਿੰਡ ਵਿੱਚ ਕੋਈ ਵੀ ਬੱਚਾ ਜਿਹੜਾ ਹੈ ਉਹਨੇ ਕੇਸ ਨਹੀਂ ਕੱਟੇ ਆਪਣੇ। ਪਰ ਸਾਡੇ ਸਿੱਖਾਂ ਵਿੱਚ ਗੁਰਦੁਆਰੇ ਨੇ, ਇੱਥੇ ਸੱਚ ਪਾਤਸ਼ਾਹ ਜੀ ਕਿੰਨੇ ਗੁਰੂ ਸਾਹਿਬ ਹੋਏ ਪੰਜਾਬ ਵਿੱਚ, ਪਰ ਅੱਜ ਅਸੀਂ ਆਪਣੀ ਸਿੱਖੀ ਨੂੰ ਇੰਨੀ ਦੂਰ ਲੈ ਗਏ ਹਾਂ ਕਿ 70% ਪੰਜਾਬ ਦੇ ਬੱਚਿਆਂ ਨੇ ਵਾਲ ਕਟਾ ਦਿੱਤੇ ਨੇ। ਉਹਦਾ ਕਾਰਨ ਹੀ ਸਿਰਫ ਇਹ ਹੈ, ਇੱਕ ਗਲਤੀ ਇੱਕ ਨੇ ਛੱਡੀ, ਦੂਜੇ ਨੇ ਛੱਡਤੀ, ਹੋਰ ਕਰਦਿਆਂ ਕੁਝ ਸਮੇਂ ਬਾਅਦ ਅਸੀਂ ਬਹੁਤ ਦੂਰ ਚਲੇ ਗਏ ਸਿੱਖੀ ਤੋਂ। ਸਿੱਖੀ ਦੇ ਵਿੱਚ ਜਿੰਨਾ ਸਟਰੋਂਗ ਹੋ ਕੇ ਖਲੋਵਾਂਗੇ ਉਨੀ ਵਧੀਆ ਹੀ ਸਿੱਖੀ ਤਾਂ ਹੀ ਧਾਰਨ ਕੀਤੀ ਜਾ। ਆਦਤਾਂ ਸਾਨੂੰ ਚੰਗੀਆਂ ਨੇ ਚਾਹੇ ਮਾੜੀਆਂ ਨੇ, ਅਸੀਂ ਜੀਵਨ ਆਪਣਾ ਆਦਤਾਂ ਦੇ ਨਾਲ ਹੀ ਬਤੀਤ ਕਰਨਾ ਹੈ। ਚਾਹੇ ਉਹ ਲੇਟ ਉੱਠੇ ਚਾਹੇ ਉਹ ਛੇਤੀ ਉੱਠੇ, ਪਰ ਉੱਠ ਕੇ ਨਹਾਉਣਾ ਹੀ ਪਏਗਾ, ਕੰਮ 'ਤੇ ਜਾਣਾ ਹੀ ਪਏਗਾ। ਪਰ ਉਹਦੇ ਵਿੱਚ ਚੰਗੀਆਂ ਚੀਜ਼ਾਂ ਐਡ ਕਰ ਦਈਏ ਕਿ ਜਿਹੜਾ ਤੂੰ 7 ਵਜੇ ਉੱਠਣਾ ਹੈ ਉਹ ਸੂਰਜ ਚੜ੍ਹਨ ਤੋਂ ਪਹਿਲਾਂ ਉੱਠਣਾ ਹੈ। ਜਿਹੜਾ ਤੂੰ ਬੈਠ ਕੇ ਸੋਸ਼ਲ ਮੀਡੀਆ 'ਤੇ ਟਾਈਮ ਖਰਾਬ ਕਰਨਾ ਹੈ, ਹੋਰ ਇੱਧਰ ਉੱਧਰ ਕਰਨਾ ਹੈ, ਉਹ ਪਾਠ ਕਰਨਾ ਹੈ। ਜਿਹੜਾ ਅਸੀਂ ਇੱਧਰ ਉੱਧਰ ਧਿਆਨ ਲੈ ਕੇ ਜਾਂਦੇ ਹਾਂ ਆਪਣਾ, ਕਦੀ ਘੁੰਮਣ ਚੱਲ ਜਾਂਦੇ ਹਾਂ, ਫਿਲਮਾਂ ਵੇਖਦੇ ਹਾਂ, ਉਹਨਾਂ ਦੀ ਬਜਾਏ ਅਸੀਂ ਆਪਣੇ ਇਤਿਹਾਸ ਨੂੰ ਪੜ੍ਹਨਾ ਹੈ। ਜਦੋਂ ਅਸੀਂ ਆਪਣੇ ਇਤਿਹਾਸ ਨੂੰ ਪੜ੍ਹਾਂਗੇ ਤਾਂ ਸਾਨੂੰ ਆਪਣੇ ਇਤਿਹਾਸ 'ਤੇ ਗਰਵ ਹੋਏਗਾ ਕਿ ਸਾਡੇ ਵੱਡੇ ਵਡੇਰੇ ਕਿਸ ਤਰ੍ਹਾਂ ਦੇ ਸੀ, ਅਸੀਂ ਹੁਣ ਕਿਸ ਤਰ੍ਹਾਂ ਦੇ ਰਹਿ ਗਏ ਹਾਂ। ਤਾਂ ਸਾਨੂੰ ਪਤਾ ਲੱਗੇਗਾ ਅਸੀਂ ਕਿਸ ਤਰ੍ਹਾਂ ਆਪਣੇ ਆਪ ਨੂੰ ਤਬਦੀਲ ਕਰਕੇ ਸਿੱਖੀ ਦੇ ਵਿੱਚ ਲੈ ਕੇ ਜਾਣਾ ਹੈ। ਸਾਧ ਸੰਗਤ ਜੀ, ਜਿਹੜਾ ਸੋਧੀ ਸਰੀਰ ਹੈ ਉਹਦੇ ਅੰਦਰ ਹਮੇਸ਼ਾ ਸਤਿਗੁਰ ਦਾ ਪੈ ਹੁੰਦਾ ਹੈ। ਸਾਫ਼ ਸੁਥਰੇ ਬਸਤਰ ਪਾਉਣੇ ਨੇ, ਉੱਜਲ ਵਸਤਰ, ਜਿਹੜੇ ਕੱਪੜੇ ਨੇ ਸਾਫ਼ ਸੁਥਰੇ ਪਾਉਣੇ ਨੇ। ਅੱਜ ਕੱਲ੍ਹ ਸੱਚ ਪਾਤਸ਼ਾਹ ਜੀ ਸਤਿਗੁਰੂ ਜਗਜੀਤ ਸਿੰਘ ਜੀ ਸੋਧੀਆਂ ਦਾ ਤਾਂ ਪੈਰਾਮੀਟਰ ਹੀ ਬੜਾ ਹਾਈ ਲੈ ਗਏ ਨੇ। ਇੱਕ ਪੰਡਤ ਜੀ ਦੇ ਦੀਵਾਨ ਵਿੱਚ ਕਥਾ ਸੁਣਾਉਂਦੇ ਸੀ, ਕਹਿੰਦੇ ਇੱਕ ਸਰੀਰ ਸੀਗਾ, ਉਹ ਲੰਗਰ 'ਚੋਂ ਆਇਆ ਅਤੇ ਉਹਦੇ ਨਾਲ ਇੱਥੇ ਮੂੰਹ 'ਤੇ ਦਾਲ ਲੱਗੀ ਰਹਿ ਗਈ। ਕਹਿੰਦੇ ਮੈਂ ਉਹਨੂੰ ਆਖਿਆ ਵੀ ਭਾਈ ਤੇਰੇ ਮੂੰਹ 'ਤੇ ਦਾਲ ਲੱਗੀ ਏ, ਇਹਨੂੰ ਸਾਫ਼ ਕਰ ਲੈ। ਉਹ ਕਹਿੰਦਾ ਨਹੀਂ ਸੰਤ ਜੀ, ਇੱਦਾਂ ਸੰਤ ਜਾਪੀਦਾ। ਸਾਧ ਸੰਗਤ ਜੀ, ਇੱਦਾਂ ਸੰਤ ਨਹੀਂ। ਸਤਿਗੁਰੂ ਜਗਜੀਤ ਸਿੰਘ ਜੀ, ਸਤਿਗੁਰੂ ਉਦੈ ਸਿੰਘ ਜੀ ਤੇ ਇੰਨੇ ਸੁੱਖ ਦਿੱਤੇ ਨੇ ਸੋਧੀਆਂ ਨੂੰ, ਇੰਨੀਆਂ ਬਖਸ਼ਿਸ਼ਾਵਾਂ ਕੀਤੀਆਂ ਨੇ
ਇੰਨੇ ਸਾਧਨ ਸਾਡੇ ਕੋਲ ਆ ਗਏ ਨੇ ਸੋਧ ਰੱਖਣ ਦੇ, ਬੜੇ ਵਧੀਆ ਤਰੀਕੇ ਨਾਲ ਅਸੀਂ ਰੱਖ ਸਕਦੇ ਹਾਂ ਸੋਧ। ਸੱਚ ਪਾਤਸ਼ਾਹ ਜੀ ਕਿਰਪਾ ਕਰਨ। ਇਹ ਸੋਧ ਜਿਹੜੀ ਏ, ਇਹਦਾ ਅਸਲੀ ਮਤਲਬ ਇਹ ਆ ਕਿ ਅਸੀਂ ਆਪਣੇ ਸਤਿਗੁਰ ਅੱਗੇ ਸਮਰਪਿਤ ਹਾਂ। ਅਸੀਂ ਹਰ ਸਮੇਂ ਵਿੱਚ, ਹਰ ਹਰ ਸਕਿੰਟ, ਹਰ ਮਿੰਟ ਵਿੱਚ ਅਸੀਂ ਸਤਿਗੁਰ ਨੂੰ ਆਪਣੇ ਕੋਲ ਹਾਜ਼ਰ ਨਾਜ਼ਰ ਜਾਣ ਕੇ ਰੱਖਦੇ ਹਾਂ। ਕੋਈ ਗਲਤੀ ਹੋ ਗਈ ਉਸ ਵੇਲੇ ਇਸ਼ਨਾਨ ਕਰਨਾ ਪਏਗਾ, ਗਲਤੀ ਹੋ ਗਈ ਸਾਨੂੰ ਭੋਜਨ ਛੱਡਣਾ ਪੈ ਜਾਏਗਾ। ਇਹਨਾਂ ਸਾਰੀਆਂ ਚੀਜ਼ਾਂ ਨੂੰ ਅਸੀਂ ਧਿਆਨ ਵਿੱਚ ਰੱਖ ਕੇ ਫਿਰ ਆਪਣਾ ਜੀਵਨ ਬਤੀਤ ਕਰਦੇ ਹਾਂ ਆਪਣੇ ਸਤਿਗੁਰ ਅੱਗੇ ਸਮਰਪਿਤ ਹੋ ਕੇ। ਸਾਧ ਸੰਗਤ ਜੀ, ਸਮਾਂ ਸਮਾਪਤ ਆ। ਮੈਂ ਇੰਨਾ ਕੁਝ ਹੀ ਕਹਿੰਦਾ ਹੋਇਆ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾ ਚੁੱਕਿਆ। ਇਹ ਬਹੁਤ ਵੱਡੀਆਂ ਗੱਲਾਂ ਨੇ ਮੈਂ ਕਹਿ ਦਿੱਤੀਆਂ, ਸਾਧ ਸੰਗਤ ਦੇ ਚਰਨਾਂ 'ਚ ਅਰਜ਼ ਬੇਨਤੀ ਕੀਤੀ। ਸੱਚਪਾ ਕਿਰਪਾ ਕਰਨ ਮੈਂ ਵੀ ਇਹਨਾਂ 'ਤੇ ਚੱਲ ਸਕਾਂ, ਕੋਈ ਗੁੱਸਾ ਨਾ ਕਰੇ। ਮਰਜ਼ਾਦਾ ਜਿਹੜੀ ਏ ਉਹ ਅਸੀਂ ਸੱਚ ਪਾਤਸ਼ਾਹ ਜੀ ਦੇ ਧਾਰਨ ਕਰਦੇ ਹੋਈਏ, ਉਹਨਾਂ ਦੇ ਹੁਕਮਾਂ 'ਤੇ ਚੱਲ ਸਕੀਏ। ਮੈਂ ਇੰਨਾ ਕੁਝ ਕਹਿੰਦਾ ਖਿਮਾ ਦਾ ਜਾ ਚੁੱਕਾ।